पगले सामुएल पहला शमूएल 10 अध्याय ਉਹਦਾ 10ਵਾਂ ਅਧਿਆਇ 6 आयत हम पढ़ेंगे। ਉਹਦੀ 6 ਵਚਨ ਨੂੰ ਆਪਾਂ ਪੜ੍ਹ ਲਵਾਂਗੇ। आमीन। तब यहोवा का आत्मा तुझ पर बल से उतरेगा और तू उनके साथ होकर नबुवत करने लगेगा और तू परिवर्तित होकर और ही मनुष्य हो जाएगा। आमीन। जब यहोवा की आत्मा तुझ पर आएंगे तुम व्यक्ति बदल जाएंगे, परिवर्तित होकर और एक व्यक्ति बन जाएंगे। ਜਦੋਂ ਯਹੋਵਾ ਦਾ ਰੂਹ ਤੇਰੇ ਉੱਤੇ ਆਵੇਗਾ ਤੇ ਤੂੰ ਬਦਲ ਜਾਵੇਂਗਾ ਤਾਂ ਕੋਈ ਹੋਰ ਹੀ ਇਨਸਾਨ ਤੂੰ ਬਣ ਜਾਵੇਂਗਾ। यहाँ पे व्यक्ति बदला हुआ, एक शरीर को बदला हुआ, पर्सनालिटी को बदला हुआ, व्यक्ति बदला हुआ एक व्यक्ति को यहाँ दिखाई दे रहा है जिसके नाम शाऊल है। ਇੱਥੇ ਆਪਾਂ ਇੱਕ ਸ਼ਾਉਲ ਨੂੰ ਵੇਖਦੇ ਹਾਂ ਜਿਹਦੀ ਜਿਹੜੀ ਸ਼ਖਸੀਅਤ ਵੀ ਬਦਲ ਗਈ ਹੈ, ਜਿਹਦਾ ਜਿਹੜਾ ਚਰਿੱਤਰ ਵੀ ਬਦਲ ਗਿਆ, ਜਿਹਦੀ ਜਿਹੜੀ ਦੇਹ ਵੀ ਬਦਲ ਗਈ ਹੈ। And he was the first king in Israel। ਤੇ ਇਸਰਾਇਲ ਦਾ ਉਹ ਪਹਿਲਾ ਰਾਜਾ ਸੀ। उसका पिता के नाम कीश है, ਤੇ ਉਹਦੇ ਬਾਪ ਦਾ ਨਾਮ ਕੀਸ਼ ਹੈ। वो बेन्यामीन गोत्र का था। ਬਿਨਯਾਮੀਨ ਗੋਤਰ ਦਾ ਸੀ ਉਹ। बेन्यामीन गोत्र छोटा गोत्र है। ਤੇ ਬਿਨਯਾਮੀਨ ਜਿਹੜਾ ਕਬੀਲਾ ਉਹ ਨਿੱਕਾ ਜਿਹਾ ਕਬੀਲਾ ਸੀ। 12 गोत्र में सबसे छोटा गोत्र है बेन्यामीन गोत्र है। 12 ਕਬੀਲਿਆਂ ਦੇ ਵਿੱਚੋਂ ਸਭ ਤੋਂ ਨਿੱਕਾ ਇੱਕ ਕਬੀਲਾ ਸੀ ਬਿਨਯਾਮੀਨ ਕਬੀਲਾ। और इस छोटे गोत्र से एक व्यक्ति के नाम है कीश है। ਤੇ ਇਹ ਛੋਟੇ ਜਿਹੇ ਕਬੀਲੇ ਦੇ ਵਿੱਚੋਂ ਇੱਕ ਬੰਦੇ ਦਾ ਨਾਮ ਸੀ ਕੀਸ਼। और वो बड़े धन संपत्ति धन दौलत वाला व्यक्ति था। ਬਹੁਤ ਹੀ ਇੱਕ ਧਨਵਾਨ ਵਿਅਕਤੀ ਸੀ ਉਹ। उसका एक बेटा था ਉਹਦਾ ਇੱਕ ਪੁੱਤਰ ਸੀ जिसका नाम शाऊल है। ਜਿਹਦਾ ਨਾਮ ਸ਼ਾਉਲ ਹੈ। बाइबल कहते हैं ਬਾਣੀ ਕਹਿੰਦੀ ਹੈ सारे यहूदियों में, ਸਾਰੇ ਯਹੂਦੀਆਂ ਦੇ सारे ਵਿੱਚ, इसराइल में ਸਾਰੇ ਹੀ ਇਸਰਾਇਲ ਦੇ ਵਿੱਚ उसका जैसे पर्सनालिटी, सुंदरता, कोमल और कोई है ही नहीं थे। ਤੇ ਉਹਦੇ ਵਰਗਾ ਜਿਹੜਾ ਸੋਹਣਾਪਨ ਤੇ ਉਹਦੇ ਵਰਗੀ ਜਿਹੜੀ ਸੁੰਦਰਤਾ ਹੀ ਜਾਂ ਕੋਮਲਤਾ ਕਿਸੇ ਹੋਰ ਦੇ ਵਿੱਚ ਵਿਖਾਈ ਨਹੀਂ ਦਿੰਦੀ ਸੀ। इतनी सुंदर व्यक्ति था। ਇੰਨਾ ਉਹ ਸੋਹਣਾ ਵਿਅਕਤੀ ਸੀ ਉਹ। लंबाई में खत में भी मेरे से भी ऊंचे हैं। ਤੇ ਉਹ ਲੰਬਾਈ ਦੇ ਵਿੱਚ ਕੱਦ ਦੇ ਵਿੱਚ ਵੀ ਉੱਚਾ ਸੀ ਉਹ। बाइबल कहते हैं बाकी सब इससे शोल्डर के नीचे रहते थे। ਤੇ ਬਾਈਬਲ ਕਹਿੰਦੀ ਹੈ ਬਾਕੀ ਸਾਰੇ ਉਹਦੇ ਮੋਢਿਆਂ ਤੋਂ ਥੱਲੇ ਹੁੰਦੇ ਸੀ। और लंबे व्यक्ति था, ਉਹ ਲੰਬਾਈ 'ਚ ਸੀ ਉਹ। अच्छी पर्सनालिटी में थे, ਚੰਗਾ ਉਹਦੇ ਅੰਦਰ ਸੋਹਣਾਪਨ ਸੀ। सुंदर व्यक्ति थे। ਬਹੁਤ ਹੀ ਇੱਕ ਸੋਹਣਾ ਬੰਦਾ ਸੀ लेकिन ਉਹ। परमेश्वर की नजर उस पर आए। ਪਰਮੇਸ਼ਰ ਦੀ ਜਿਹੜੀ ਨਿਗਾਹ ਫਿਰ ਉਹਦੇ ਉੱਤੇ ਆਈ। उस व्यक्ति शाऊल के ऊपर परमेश्वर की नजर आए। ਉਸ ਬੰਦੇ ਸ਼ਾਉਲ ਦੇ ਉੱਤੇ ਪਰਮੇਸ਼ਰ ਦੀ ਨਜ਼ਰ ਆਈ। इसलिए उस पर परमेश्वर मसा करना चाहा। ਇਸ ਲਈ ਪਰਮੇਸ਼ਰ ਨੇ ਚਾਹਿਆ ਕਿ ਮੈਂ ਉਹਨੂੰ ਅਭਿਸ਼ੇਕ ਕਰਾਂ। परमेश्वर बाहर की बात नहीं, अंदर की बातों को देखते हैं। ਪਰਮੇਸ਼ਰ ਬਾਹਰ ਦੀਆਂ ਗੱਲਾਂ ਨਹੀਂ, ਪਰਮੇਸ਼ਰ ਅੰਦਰ ਦੀਆਂ ਗੱਲਾਂ ਨੂੰ ਵੇਖਦਾ ਹੈ। बाइबल कहते हैं man look the outward appearance but God looks our inner heart। ਬਾਈਬਲ ਕਹਿੰਦੀ ਹੈ ਕਿ ਜਿਹੜਾ ਇਨਸਾਨ ਤਾਂ ਬਾਹਰ ਦੀਆਂ ਗੱਲਾਂ ਨੂੰ ਦੇਖਦਾ ਆ, ਪਰ ਪਰਮੇਸ਼ਰ ਜਿਹੜਾ ਉਹ ਅੰਦਰ ਦੀਆਂ ਗੱਲਾਂ ਮਨ ਨੂੰ ਵੇਖਦਾ ਹੈ। इसकी अंदर की बातें परमेश्वर देखा है तो बाहर की सुंदरता ऑटोमेटिकली है। अंदर की सुंदरता को देखे परमेश्वर इस्राएल में राजा बनने के लिए उसको विचार किया है। ਤੇ ਜਦੋਂ ਉਹਦੀ ਦੇਹ ਦੀ ਸੁੰਦਰਤਾ ਨੂੰ ਦੇਖਦੇ ਆ, ਉਹਦੀ ਦੇਹ ਦੀ ਸੁੰਦਰਤਾ ਤਾਂ ਬਹੁਤ ਚੰਗੀ ਸੀ, ਪਰ ਪਰਮੇਸ਼ਵਰ ਨੇ ਉਹਦੀ ਆਤਮਿਕ ਸੁੰਦਰਤਾ ਨੂੰ ਦੇਖਿਆ ਤੇ ਉਹ ਇਸ ਲਾਇਕ ਪਰਮੇਸ਼ਵਰ ਨੇ ਬਣਾਇਆ ਕਿ ਉਹ ਇਸਰਾਇਲ ਦਾ ਪਾਤਸ਼ਾਹ ਬਣ ਜਾਵੇ। और एक दिन उसके पिता की इसकी गधे गुम हो गए। ਇੱਕ ਦਿਨ ਉਹਦੇ ਬਾਪ ਦੇ ਅਕੀਸ਼ ਦੇ ਜਿਹੜੇ ਗਧੇ ਖੱਚਰ ਸੀ ਉਹ ਗਵਾਚ ਗਏ। कहीं थे, एक दो नहीं थे, कई गधे थे। ਇੱਕ ਜਾਂ ਦੋ ਨਹੀਂ ਸੀ, ਪਰ ਕਈ ਗਧੇ ਸੀ। वो सब गुम हो गए, ਉਹ ਸਭ ਗਵਾਚ ਗਏ। वो जंगल में चले ਉਹ गए। ਸਭ ਵੀਰਾਨੇ 'ਚ ਚਲੇ ਗਏ। और उस समय कोई बाउंड्री नहीं है, ਉਸ ਵੇਲੇ ਕੋਈ ਸਰਹੱਦਾਂ ਨਹੀਂ ਹੁੰਦੀਆਂ ਸੀ। जो मर्जी जहां मर्जी जा सकते हैं। ਜਿੱਥੇ ਮਰਜ਼ੀ ਬੰਦਾ ਜਾ ਸਕਦਾ ਸੀ। कीश अपने बेटे और एक सेवादार को भेजकर कह दिया है जाके तुम गधे को ढूंढ के पकड़ के लाएगा। ਤੇ ਕੀਸ਼ ਨੇ ਆਪਦੇ ਪੁੱਤਰ ਤੇ ਉਹਦੇ ਨਾਲ ਇੱਕ ਸੇਵਕ ਨੂੰ ਘੱਲ ਦਿੱਤਾ ਕਿ ਆ ਜਾਓ ਤੇ ਉਹ ਜਿਹੜੇ ਆਪਣੇ ਖੱਚਰ ਗਵਾਚ ਗਏ ਉਹਨਾਂ ਨੂੰ ਲੱਭ ਕੇ ਲਿਆਓ। जंगल में जाना है, रोटी और पानी साथ ले लिया है। ਹੁਣ ਵੀਰਾਨੇ 'ਚ ਜਾਣਾ ਹੈ, ਉਹਨਾਂ ਨੇ ਖਾਣਾ ਤੇ ਪਾਣੀ ਨਾਲ ਲੈ ਲਿਆ। सो अब तो 3 दिन हो गए ढूंढते फिरते हैं। ਲੱਭਦੇ ਪਏ ਆ, 3 ਦਿਨ ਗੁਜ਼ਰ ਗਏ ਆ। रोटी खत्म हो गई, ਹੁਣ ਖਾਣਾ ਵੀ ਮੁੱਕ ਗਿਆ, पानी भी खत्म हो गए, ਪਾਣੀ ਵੀ ਮੁੱਕ ਗਿਆ, 3 दिन हो गए हैं। ਕਿਉਂਕਿ 3 ਦਿਨ ਗੁਜ਼ਰ ਗਏ ਆ। अब शाऊल कह रहे अपनी दास को, कह रहे हैं मेरे पिता मेरे प्रति बड़ी चिंता में होंगे, अभी 3 दिन हो गए, हम वापस चले जाएं।
ਤੇ ਸ਼ਾਉਲ ਆਪਦੇ ਨਾਲ ਉਹਦਾ ਜਿਹੜਾ ਸੇਵਾਦਾਰ ਸੀ ਉਹਨੂੰ ਫਿਰ ਗੱਲ ਕਰਕੇ ਕਹਿੰਦਾ ਕਿ 3 ਦਿਨ ਗੁਜ਼ਰ ਗਿਆ, ਹੁਣ ਮੇਰਾ ਪਿਤਾ ਜਿਹੜਾ ਉਹ ਮੇਰਾ ਫਿਕਰ ਕਰਦਾ ਹੋਊਗਾ, ਕਿਉਂ ਨਾ ਆਪਾਂ ਵਾਪਸ ਚਲੀਏ। अब तो मेरे पिता की धन संपत्ति में है जो कुछ भाग जो गधे हैं वो खो गया, उसके प्रति बड़ा चिंतित थे। ਉਹਦੀ ਜਿਹੜੇ ਪਿਤਾ ਦੇ ਜਿਹੜੇ ਧਨ ਮਾਲ ਦੇ ਵਿੱਚ ਜਿਹੜੇ ਖੱਚਰ ਗਵਾਚ ਗਏ ਸੀ, ਉਹਦੇ ਪ੍ਰਤੀ ਉਹ ਬੜਾ ਫਿਕਰਮੰਦ ਸੀ। ਉਹ अब मैं उसकी प्यारा बेटा हूं, मैं 3 दिन हो गए, कोई पिता के साथ कोई मेल मिलाप है ही नहीं, कोई बोलचाल नहीं। अभी 3 दिन हो गए, मैं घर से बाहर हूं, जंगल में हम चले जाएंगे, मेरे पिता मेरे प्रति बड़ा सोच में चिंता में है। ਤੇ ਉਹਨੇ ਕਿਹਾ ਕਿ ਹੁਣ 3 ਦਿਨ ਗੁਜ਼ਰ ਗਏ ਆ, ਮੈਂ ਆਪਣੇ ਬਾਪ ਦਾ ਇਕਲੌਤਾ ਪੁੱਤਰ ਹਾਂ, ਮੇਰੇ ਬਾਪ ਦੇ ਨਾਲ ਮੇਰਾ ਕੋਈ ਸੰਬੰਧ ਰਿਸ਼ਤਾ ਜਾਂ ਨਹੀਂ ਹੋਇਆ, ਇਸੇ ਕਰਕੇ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਆਪਦੇ ਘਰੇ ਵਾਪਸ ਜਾਵਾਂ। तब नौकर ने कहा हम नहीं जाएंगे, यहाँ पे एक भविष्यवक्ता है, उसके पास जाकर हम उससे हगवाई पूछेंगे कैसे हैं, गधा कहाँ पे हैं, फिर हम घर चले जाएंगे। ਫਿਰ ਉਸ ਸੇਵਾਦਾਰ ਨੇ ਉਹਨੂੰ ਕਿਹਾ ਕਿ ਨਹੀਂ ਨਹੀਂ, ਆਪਾਂ ਘਰੇ ਨਹੀਂ ਜਾਂਦੇ, ਇੱਥੇ ਇੱਕ ਨਬੀ ਹੈ ਤੇ ਉਹਦੇ ਕੋਲੇ ਆਪਾਂ ਚੱਲਾਂਗੇ ਤੇ ਉਹ ਆਪਾਂ ਨੂੰ ਦੱਸੂਗਾ ਆਪਣੇ ਖੱਚਰ ਕਿੱਥੇ ਆ, ਫਿਰ ਆਪਾਂ ਜਾਵਾਂਗੇ। शाऊल अपनी सेवादार की बातें सुनकर दोनों उस नबी को मिलने, भविष्यवक्ता को मिलने चले गए। ਤੇ ਸ਼ਾਉਲ ਸੀ ਆਪਣੇ ਉਸ ਸੇਵਕ ਦੀ ਫਿਰ ਗੱਲ ਨੂੰ ਸੁਣ ਕੇ ਉਸ ਪੈਗੰਬਰ ਨੂੰ ਨਬੀ ਨੂੰ ਮਿਲਣ ਵਾਸਤੇ ਚਲਿਆ ਗਿਆ। तो नबी के घर नहीं पहुंचा है, भविष्यवक्ता समूएल के घर नहीं पहुंचा है, उससे पहले जब बेड़े में आए तभी उसने भविष्यवाणी में बताए तेरे पिता की जो खोया हुआ गधे उसको 3 दिन पहले ही मिल गया है। ਤੇ ਜਿਹੜਾ ਸ਼ਾਉਲ ਸੀ ਹਲੇ ਉਸ ਸ਼ਮੂਏਲ ਦੇ ਘਰੇ ਵੀ ਨਹੀਂ ਪਹੁੰਚਿਆ ਸੀ, ਬਸ ਦੂਰ ਹੀ ਸੀ, ਤੇ ਉਦੋਂ ਹੀ ਸ਼ਮੂਏਲ ਨੇ ਭਵਿਸ਼ਵਾਣੀ ਕਰਕੇ ਕਹਿ ਦਿੱਤਾ ਕਿ ਤੂੰ ਇਸੇ ਕਰਕੇ ਮੇਰੇ ਕੋਲੇ ਆਇਆ, ਤੇਰੇ ਬਾਪ ਦੇ ਜਿਹੜੇ ਖੱਚਰ ਗਵਾਚ ਗਏ ਆ ਉਹ ਲੱਭਣ ਵਾਸਤੇ आया होया। पुराना रीति रिवाज है, कोई भी मेहमान आए उसको ऐसा नहीं भेजेंगे, अच्छा नहीं समझते हैं, उनको रखेंगे, खिलाएंगे, पिलाएंगे, और जैसे लोग ससुराल में जाके खिला पिलाते हैं तो उस तरह खिला पिला के भेजते हैं। ਤੇ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਇੱਕ ਰਿਵਾਜ ਹੁੰਦਾ ਸੀ, ਕੋਈ ਵੀ ਰਿਸ਼ਤੇਦਾਰ ਘਰ ਦੇ ਵਿੱਚ ਆ ਜਾਵੇ ਤਾਂ ਉਹ ਜਿਸ ਤਰ੍ਹਾਂ ਉਹਨੂੰ ਉਹਦੀ ਜਿਹੜੀ ਸੇਵਾ ਕੀਤੀ ਜਾਂਦੀ ਸੀ ਉਸੇ ਤਰ੍ਹਾਂ ਹੀ ਇਹਨਾਂ ਦੀ ਵੀ ਸੇਵਾ ਕੀਤੀ ਗਈ। एक कहावत होते हैं ससुराल में जाके फिर मोटे होके आते हैं 4-5 दिन के बाद में। ਤਾਂ ਇੱਕ ਕਹਾਵਤ ਆਖੀ ਜਾਂਦੀ ਹੈ ਕਿ ਜੇ ਆਪਾਂ ਸਹੁਰੇ ਘਰੇ ਜਾਈਏ ਤਾਂ ਉੱਥੇ ਮੋਟੇ ਹੋ ਕੇ ਆਉਂਦੇ 3-4 ਦਿਨ ਬਾਅਦ। और इसका मतलब बहुत अच्छी खिला पिला के सेवा करके भेजते हैं। ਕਹਿਣ ਦਾ ਭਾਵ ਕਿ ਉਹ ਬਹੁਤ ਚੰਗੀ ਸੇਵਾ ਪਾਣੀ ਕਰਕੇ ਘੱਲਦੇ ਆ। आजकल ऐसे नहीं होते हैं, ਪਰ ਅੱਜ ਕੱਲ ਇਦਾਂ ਨਹੀਂ ਹੁੰਦਾ, बस जल्दी भगा देते हैं 1-2 घंटे में। ਜਲਦੀ ਭਜਾ ਦਿੰਦੇ। मैंने पुराने जमाने की बातें की ਇਹ हैं, ਪੁਰਾਣੇ ਸਮਿਆਂ ਦੀ ਗੱਲ ਕੀਤੀ ਹੈ, आजकल किसी के पास भी समय नहीं है। ਕਿਉਂਕਿ ਅੱਜ ਕੱਲ ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ। आगे मिले, बात किया, रोटी खिलाएं, भाग जाओ बस। ਬਸ ਆਏ ਆ ਤੇ ਮਿਲੇ ਆ, ਗੱਲ ਕੀਤੀ ਆ, ਭੋਜਨ ਕੀਤਾ, ਫਿਰ ਵਾਪਸ। और ये शाऊल और उसकी नौकर दोनों भविष्यवक्ता शमूएल के घर पे एक रात ठहर गया। ਹੁਣ ਇਹ ਸ਼ਾਉਲ ਤੇ ਸ਼ਾਉਲ ਦਾ ਜਿਹੜਾ ਸੇਵਕ ਸੀ ਸ਼ਮੂਏਲ ਦੇ ਘਰੇ ਇੱਕ ਰਾਤ ਰੁਕ ਗਏ। बहुत सेवा किया है ਬਹੁਤ ਉਹਨਾਂ ਦੀ ਸੇਵਾ ਕੀਤੀ। और सुबह प्रार्थना करके निकले हैं। ਸਵੇਰੇ ਦੁਆ ਕਰਕੇ ਨਿਕਲੇ। जब बेड़े में आए, ਜਦੋਂ ਇਸ ਵਿਹੜੇ ਦੇ ਵਿੱਚ ਪਹੁੰਚੇ ਹੋ, भविष्यवक्ता शमूएल और शाऊल से कहा उसको भेज दो, तेरे साथ जो आए नौकर उसको भेज दो, तुम यहीं ठहरो, तेरे लिए मैं परमेश्वर की हगवाई बताना है। ਤਾਂ ਸ਼ਮੂਏਲ ਨੇ ਸ਼ਾਉਲ ਨੂੰ ਫਿਰ ਕਿਹਾ ਤੇਰੇ ਨਾਲ ਜਿਹੜਾ ਸੇਵਾਦਾਰ ਆ ਉਹਨੂੰ ਤੂੰ ਇੱਕ ਵਾਰੀ ਘੱਲ ਦੇ, क्योंकि तेरे प्रति परमेश्वर की एक अगवाई है वो तेनू मैं दसनी है। कईयों को परमेश्वर की अगवाई प्राप्त करने के खिलाफ कहीं नौकर, कहीं सेवादार या कहीं बातें, कहीं स्वभाव हमारा जीवन में है। ਤੇ ਕਈਆਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੀ ਅਗਵਾਈ ਨੂੰ ਲੈਣ ਦੇ ਵਿਰੁੱਧ ਵਿੱਚ ਕਈ ਐਦਾਂ ਦੇ ਸੇਵਾਦਾਰ ਨੇ, ਕਈ ਐਦਾਂ ਦੇ ਨੌਕਰ ਨੇ, ਕਈ ਐਦਾਂ ਦੇ ਸੁਭਾਵੀਆਂ ਗੱਲਾਂ ਨੇ ਜਿਹੜੀ ਲੈਣ ਨਹੀਂ ਦਿੰਦੀਆਂ। आशीष को रोकने के लिए कहीं बातें हमारे जीवन में है। ਬਰਕਤਾਂ ਨੂੰ ਰੋਕਣ ਵਾਸਤੇ
वास्ते कई ਇਹੋ ਜਿਹੀਆਂ ਗੱਲਾਂ ਸਾਡੀ ਜ਼ਿੰਦਗੀ ਦੇ उस ਵਿੱਚ ਨੇ। सेवादार को, उस नौकर को, उस स्वभाव को हमसे अलग करेंगे, तब परमेश्वर की अगुवाई को पाएंगे। ਤੇ ਉਸ ਸੇਵਕ ਨੂੰ ਜਾਂ ਉਸ ਸੁਭਾਅ ਨੂੰ ਆਪਣੇ ਤੋਂ ਵੱਖਰਾ ਕਰਾਂਗੇ, ਫਿਰ ਅਸੀਂ ਪਰਮੇਸ਼ਰ ਦੀ ਅਗਵਾਈ ਨੂੰ ਪਾਵਾਂਗੇ। परमेश्वर के वचन में लिखा है, ਪਰਮੇਸ਼ਰ ਦੇ ਕਲਾਮ 'ਚ ਲਿਖਿਆ परमेश्वर की दाग की बारी की फूलों को, फलों को खाने वाले, खत्म करने वाले छोटी छोटी लोमड़ी हैं, उन्हें हम बांधना है। ਤੇ ਪਰਮੇਸ਼ਰ ਦੀ ਜਿਹੜੇ ਅੰਗੂਰਾਂ ਦੇ ਬਾਗ ਦੇ ਵਿੱਚ ਉਹਦੇ ਫੁੱਲ ਤੇ ਫਲਾਂ ਨੂੰ ਖਾਣ ਵਾਲੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਲੋਂਬੜੀਆਂ, ਉਹਨੂੰ ਆਪਾਂ ਬੰਨਣਾ ਆ, हम ਦੌੜਾਉਣਾ इस ਆ। वचन पढ़ेंगे, इस लोमड़ी कौन है। ਹੁਣ ਇਸ ਵਚਨਾਂ 'ਚ ਫਿਰ ਆਪਾਂ ਦੇਖਾਂਗੇ ਇਹ ਲੋਂਬੜੀ ਕੌਣ ਹੈ। इस लोमड़ी हमारी अंदर के कई स्वभाव है। ਇਸ ਲੋਂਬੜੀ ਆ ਜਿਹੜੇ ਸਾਡੇ ਅੰਦਰ ਦੇ ਕੁਝ ਸੁਭਾਅ ਏ। झूठ बोलना, ਝੂਠ ਆਖਣਾ, चोरी करना, ਚੋਰੀ ਕਰਨਾ, धन के लालच करना है, ਧਨ ਦਾ ਲੋਭ ਕਰਨਾ, अशुद्ध रहना, ਪਲੀਦ ਰਹਿਣਾ, पाप में रहना, ਪਾਪ ਦੇ ਵਿੱਚ जो ਰਹਿਣਾ। प्रभु पसंद नहीं करते हैं, वो सब बातें छोटी छोटी लोमड़ी हैं। ਪ੍ਰਭੂ ਜਿਹੜੀਆਂ ਚੰਗੀਆਂ ਨਹੀਂ ਸਮਝਦਾ, ਉਹ ਛੋਟੀਆਂ ਛੋਟੀਆਂ ਗੱਲਾਂ ਲੋਂਬੜੀ ਦੇ ਵਰਗੀਆਂ ਨੇ। इस लोमड़ी को बांधना, उसको दूर करना, वो खेत की दाग की बारी की फूलों को, फलों को खराब कर रहे हैं। ਤਾਂ ਇਸ ਲੋਂਬੜੀਆਂ ਨੂੰ ਜਿਹੜਾ ਬੰਨਣਾ ਤੇ ਬੰਨ ਕੇ ਦੌੜਾਉਣਾ, ਵੱਖਰਾ ਕਰਨਾ, ਕਿਉਂਕਿ ਅੰਗੂਰ ਦੇ ਬਾਗ ਨੂੰ ਖਰਾਬ ਕਰ ਰਿਹਾ ਹੋ। आप शाऊल और सेवादार शामुएल, तीन व्यक्ति खड़े हैं। ਹੁਣ ਇੱਥੇ ਤਿੰਨ ਜਾਣੇ ਆ, ਸ਼ਾਊਲ ਹੈ, ਨੌਕਰ ਹੈ ਤੇ ਸ਼ਮੂएल ਖੜੇ ਆ। आप भविष्यवक्ता कर रहे हैं, नौकर को भेजो, मैं तुझे परमेश्वर की अगुवाई बताना है। ਤੇ ਨਬੀ ਕਹਿ ਰਿਹਾ ਇਸ ਸੇਵਾਦਾਰ ਨੂੰ ਤੂੰ ਘੱਲ ਦੇ, ਅਗਵਾਈ ਨੂੰ ਮੈਂ ਤੈਨੂੰ ਦੱਸਣਾ ਹੈ। हमें तो सोचेंगे ऐसे कैसे होगा। ਆਪਾਂ ਸੋਚ ਵਿਚਾਰ ਕਰਾਂਗੇ ਇਦਾਂ ਕਿਵੇਂ ਹੋਊਗਾ। हम सेवादार को भी साथ रखना, अगुवाई भी सुनना है। ਤੇ ਉਸ ਸੇਵਕ ਨੂੰ ਵੀ ਨਾਲ ਰੱਖਣਾ ਤੇ ਅਗਵਾਈ ਵੀ ਸੁਣਨੀ ਹੈ। शाऊल ने सोचा होगा, ਸ਼ਾਊਲ ਨੇ ਵਿਚਾਰ ਕੀਤਾ ਹੋਊਗਾ, लो सारी जिंदगी मेरे खेत में काम करने वाले, ਇਹ ਤਾਂ ਪੂਰਾ ਜੀਵਨ ਮੇਰੇ ਪੈਲੀਆਂ ਦੇ ਵਿੱਚ ਕੰਮ ਕਰਨ ਵਾਲਾ ਸੀ। मेरे घर पे पशु डंगर हैं, गधे हैं, भेड़ बकरियां हैं, और मेरे घर में सारी काम करने वाला इस नौकर को मैं कैसे भगा दूं। ਤੇ ਮੇਰੇ ਘਰ ਦੇ ਵਿੱਚ ਪਸ਼ੂ ਡੰਗਰ ਹੈ, ਭੇਡਾਂ ਬੱਕਰੀਆਂ ਨੇ, ਗਾਵਾਂ ਮੱਝਾਂ ਨੇ, ਇਹ ਸਾਰੀ ਸਾਂਭ ਸੰਭਾਈ ਕਰਦਾ, ਤੇ ਮੈਂ ਇਹਨੂੰ ਕਿਵੇਂ ਦੌੜਾ ਦੇਵਾਂ। उससे बढ़कर ਉਦੋਂ ਵੀ ਵੱਧ ਕੇ 3 दिन मेरे साथ जंगल में गधे को ढूंढ रही है। 3 ਦਿਨ ਮੇਰੇ ਨਾਲ ਇਹ ਜੰਗਲ ਦੇ ਵਿੱਚ ਮੇਰੇ ਖੱਚਰਾਂ ਨੂੰ ਲੱਭ ਰਿਹਾ ਹੈ। इस गधे को ढूंढ रही है। ਇਹ ਖੱਚਰਾਂ ਨੂੰ ਲੱਭ ਰਿਹਾ ਹੈ। अब मैं कैसे उसको अलग करेंगे। ਮੈਂ ਕਿੱਦਾਂ ਉਹਨੂੰ ਵੱਖਰਾ ਕਰਾਂਗਾ। ये थोड़े मुश्किल, आप ध्यान यहां पे दिए, ये थोड़ी मुश्किल की बात है, ਹੁਣ ਇਹ ਥੋੜੀ ਔਖੀ ਗੱਲ ਹੈ, लेकिन परमेश्वर की अगुवाई उससे भी बड़ी बातें हैं। ਪਰ ਪਰਮੇਸ਼ਰ ਦੀ ਜਿਹੜੀ ਅਗਵਾਈ ਵਚਨ ਉਦੋਂ ਵੀ ਵੱਡਾ ਹੈ। मैंने इस उपवास और प्रार्थना में एक व्यक्ति से एक बात किया है। ਇਸ ਵਰਤ ਪ੍ਰਾਰਥਨਾ 'ਚ ਇੱਕ ਇਨਸਾਨ ਨਾਲ ਗੱਲ ਕੀਤੀ। मैं परमेश्वर बड़ा है, आप नहीं बड़े, और फलाना नहीं बड़े, फलाना नहीं बड़े, परमेश्वर मेरे लिए बड़े हैं। ਤਾਂ ਉਹਨੂੰ ਕਿਹਾ ਕਿ ਕੋਈ ਵੀ ਇਨਸਾਨ ਮੇਰੇ ਵਾਸਤੇ ਵੱਡਾ ਨਹੀਂ ਹੈ, ਪਰਮੇਸ਼ਰ ਮੇਰੇ ਵਾਸਤੇ ਵੱਡਾ। उसकी बात में उसको कोई बात करने के लिए जवाब नहीं थे। ਉਦੋਂ ਬਾਅਦ 'ਚ ਉਹਨੂੰ ਕੁਝ ਵੀ ਗੱਲ ਕਹਿਣ ਵਾਸਤੇ ਜਵਾਬ ਨਹੀਂ ਹੈ। मैंने एक बात था, वो कहते हैं परमेश्वर और परमेश्वर की अगुवाई से बढ़कर आपके जीवन में कोई बात नहीं होना चाहिए। ਤਾਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਪਰਮੇਸ਼ਰ ਤੇ ਪਰਮੇਸ਼ਰ ਦੇ ਵਚਨ ਤੋਂ ਵੱਧ ਕੇ ਕੋਈ ਵੀ ਤੁਹਾਡੀ ਜ਼ਿੰਦਗੀ 'ਚ ਵੱਡਾ ਨਹੀਂ ਹੋਣਾ परमेश्वर और परमेश्वर की अगुवाई से बढ़कर आपके जीवन में कोई भी ना माँ, ना बाप, ना भाई, ना पत्नी, ना पति, ना बच्चे, उससे बढ़कर कोई ना हो। ਤਾਂ ਪਰਮੇਸ਼ਰ ਦੀ ਅਗਵਾਈ ਉਹਦੇ ਵਚਨ ਤੋਂ ਵੱਧ ਕੇ ਤੁਹਾਡੀ ਜ਼ਿੰਦਗੀ 'ਚ ਨਾ ਮਾਂ, ਨਾ ਪਿਓ, ਨਾ ਭੈਣ, ਨਾ ਭਰਾ, ਨਾ ਘਰ ਵਾਲੀ, ਨਾ ਬੱਚੇ, ਕੋਈ ਵੀ ਨਹੀਂ ਹੋਣਾ ਚਾਹੀਦਾ। तब परमेश्वर की ब्लेसिंग, आशीष और प्यार आपके साथ सिद्ध हो जाएंगे। ਤਾਂ ਪਰਮੇਸ਼ਰ ਦੀ ਜਿਹੜੀ ਬਰਕਤ ਹੈ ਤੇ ਪਰਮੇਸ਼ਰ ਦੀ ਮੁਹੱਬਤ ਤੁਹਾਡੇ ਅੰਦਰ ਸੰਪੂਰਨ ਹੋ ਜਾਵੇਗੀ। अब ऐसे मुश्किल पड़ा शाऊल को, नौकर को भेजना थोड़ा मुश्किल है, लेकिन फिर भी परमेश्वर की अगुवाई, परमेश्वर की प्लान को मैं जानना है। उसने उस भविष्यवक्ता के सामने, उसकी भविष्यवाणी के सामने अपने आप को अर्पण किया है। नौकर को कह दिया चले जाओ। ਤਾਂ ਸ਼ਾਊਲ ਨੂੰ ਬੜਾ ਔਖਾ ਹੋ ਗਿਆ ਸੀ ਉਸ ਸੇਵਾਦਾਰ ਨੂੰ ਆਪਣੇ ਤੋਂ ਵੱਖਰਾ ਕਰਨਾ ਜਾਂ ਦੂਰ ਕਰਨਾ, ਪਰ ਉਹਨੇ ਉਹਨੂੰ ਵੱਖਰਾ ਕਰ ਦਿੱਤਾ ਤੇ ਪਰਮੇਸ਼ਰ ਦੀ ਉਸ ਬਾਣੀ ਨੂੰ, ਉਸ ਅਗਵਾਈ ਨੂੰ ਸੁਣਨ ਦੇ ਲਈ ਆਪਣੇ ਆਪ ਨੂੰ ਸੰਪੂਰਨ ਸਮਰਪਣ ਕਰ ਦਿੱਤਾ। इस उपवास और प्रार्थना में आपको भविष्यवाणी कर रहा हूं, यदि आपको जीवन बदलना, परमेश्वर
परमेश्वर की अगुवाई को पाना है, यदि प्रभु में आप सिद्ध होना चाहते हो, आपकी जीवन में अनवांटेड बातें आपसे दूर करो, परमेश्वर की उपस्थिति में प्रभु आपको ऊंचा रखेगा, प्रभु की महिमा आपको जीवन में प्रकट होगा। ਤੇ ਇਸ ਵਰਤ ਪ੍ਰਾਰਥਨਾ ਵਿੱਚ ਤੁਹਾਡੇ ਲਈ ਇੱਕ ਅਗਮੀ ਵਾਕ ਹੈ ਕਿ ਤੁਸੀਂ ਪਰਮੇਸ਼ਵਰ ਦੀ ਅਗਵਾਈ ਨੂੰ ਜੇ ਲੈਣਾ ਚਾਹੁੰਦੇ ਹੋ ਤਾਂ ਸੱਚਮੁੱਚ ਪਰਮੇਸ਼ਵਰ ਦੀ ਸੰਪੂਰਨਤਾ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਹਰੇਕ ਜਿਹੜੀਆਂ ਗੱਲਾਂ ਅਨੁਚਿਤ ਨਹੀਂ ਚਾਹੀਦੀਆਂ ਤੁਹਾਡੀ ਜ਼ਿੰਦਗੀ 'ਚ ਉਹਨੂੰ ਆਪਣੀ ਜ਼ਿੰਦਗੀ 'ਚੋਂ ਵੱਖਰਾ ਕਰ ਦਵੋ ਤੇ ਇੱਕ ਸੰਪੂਰਨ ਸਮਰਪਣ ਪਰਮੇਸ਼ਵਰ ਦੇ ਸਾਹਮਣੇ ਕਰਕੇ अब ਚੱਲੋ। भविष्यवक्ता शमूएल ने शाऊल से क्या बात किया है? ਹੁਣ ਇਹ ਜਿਹੜਾ ਨਬੀ ਜਿਹੜਾ ਸ਼ੈਮੂਅਲ ਨੇ ਸ਼ਾਊਲ ਦੇ ਨਾਲ ਕੀ ਗੱਲ अब ਕੀਤੀ? सेबादा चले गए, ਹੁਣ ਉਹ ਜਿਹੜਾ ਨੌਕਰ ਸੀ ਉਹ ਚਲਿਆ अब ਗਿਆ, दो रह गया है, ਹੁਣ ਉਹ ਦੋਵੇਂ ਰਹਿ ਗਏ, शमूएल रह गया ਸ਼ੈਮੂਅਲ ਰਹਿ ਗਿਆ और शाऊल रह गया है। ਤੇ ਸ਼ਾਊਲ ਰਹਿ ਗਿਆ। अब भविष्यवक्ता शमूएल शाऊल से बात कर रहे ਹੁਣ हैं। ਨਬੀ ਸ਼ੈਮੂਅਲ ਨੇ ਸ਼ਾਊਲ ਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ। आइए हम पढ़ेंगे, ਆਪਾਂ ਪੜਾਂਗੇ 9 अध्याय 27 और 10 अध्याय पगले आयतें पढ़ेंगे। और नगर के सिरे की उत्तरी पर चलते चलते शमूएल ने शाऊल से कहा, अपने सेवक को हमसे आगे बढ़ने की आज्ञा दे। वह आगे बढ़ गया, परंतु तू अभी खड़ा रह कि मैं तुझे परमेश्वर का वचन सुनाऊं। 10 का 1। तब शमूएल ने एक कुप्पी तेल लेकर उसके तब शमूएल ने, भविष्यवक्ता ने, एक कुप्पी तेल लेकर उसके सिर पर उंडेला शाऊल की सिर पर उंडेला और उसे चूमकर कहा, उससे चूम के कहा, क्या इसका कारण ये नहीं कि यहोवा ने अपने निज भाग के ऊपर प्रधान होने के लिए तेरा अभिषेक किया है। यहोवा परमेश्वर ने तुझे और नियुक्त किया, तुझे मस्सा किया, तुझे प्रजा को प्रभु बनाए, तुझे राजा बनाए। ਤਾਂ ਯਹੋਵਾ ਪਰਮੇਸ਼ਵਰ ਨੇ ਤੈਨੂੰ ਇੱਕ ਅਭਿਸ਼ੇਕ ਕੀਤਾ ਹੈ ਤਾਂ ਕਿ ਤੁਸੀਂ ਇਸ ਇਸਰਾਇਲ ਦੀ ਜਿਹੜੀ ਪ੍ਰਜਾ ਹੈ ਇਹਦੇ ਉੱਤੇ ਤੂੰ ਬਾਦਸ਼ਾਹ ਕਹਿਲਾਇਆ ਜਾਵੇਂ। बाइबल कहते हैं ਬਾਣੀ ਕਹਿੰਦੀ ਹੈ जब परमेश्वर की मस्सा, अभिषेक, तेल शाऊल के ऊपर आए, उसके सिर पर आए, ਜਦੋਂ ਪਰਮੇਸ਼ਵਰ ਦਾ ਜਿਹੜਾ ਅਭਿਸ਼ੇਕ ਹੈ ਜਾਂ ਉਸ ਤੇਲ ਉਸ ਸ਼ਾਊਲ ਦੇ ਸਿਰ ਦੇ ਉੱਤੇ ਆ ਗਿਆ, उस समय यहोवा की आत्मा उसके अंदर प्रवेश किया है। ਉਸੇ ਵੇਲੇ ਤੋਂ ਪਰਮੇਸ਼ਵਰ ਦਾ ਰੂਹ ਉਹਦੇ ਅੰਦਰ ਦਾਖਲ ਹੋ ਗਿਆ। अब हम पढ़ेंगे जो पगले वचन पढ़ा है वही वचन हम पढ़ेंगे, 10 अध्याय उसके 6 वचन हम पढ़ेंगे। यहोवा की आत्मा, प्लीज, तुझ पर बल से उतरेगा। कम ऑन, और मनुष्य, माइक में पढ़िए साहब, सभी सुनने दो। तब यहोवा का आत्मा, तब यहोवा की आत्मा तुझ पर बल से उतरेगा, तुझ पर बल से उतरेगा, तू उनके साथ होकर नबूवत करने लगेगा, तुम उनके साथ होकर नबूवत करने लगेगा, और तू परिवर्तित होकर, तुम परिवर्तित होकर और ही मनुष्य हो जाएगा, और ही मनुष्य बनेगा। प्रेज़ द लॉर्ड। तो परमेश्वर की अभिषेक जब शमूएल पर आए तो व्यक्ति बदल गया, परिवर्तित हो गया, और एक पगले ही बड़ा पर्सनालिटी वाले, पगले ही बड़ा लंबे कद की है, पगले भी बहुत सुंदर व्यक्ति है, उसके साथ साथ परमेश्वर की अभिषेक भी आ गए तो एक्स्ट्रा ऑर्डिनरी आए, और व्यक्ति बदल गया, जीवन बदल गया, स्वभाव बदल गया, नक्षर बदल गया, बोली बदल गया, जीवन बदल गया, चाल चलन बदल गया, सब कुछ A to Z बदल गया। तो ਜਦੋਂ ਯਹੋਵਾ ਦਾ ਆਤਮਾ ਇਸ ਸ਼ਾਊਲ ਦੇ ਉੱਤੇ ਆ ਠਹਿਰਿਆ ਤੇ ਸ਼ਾਊਲ ਦੀ ਜ਼ਿੰਦਗੀ ਬਦਲ ਗਈ, ਸ਼ਾਊਲ ਦਾ ਸੁਭਾਅ ਬਦਲ ਗਿਆ, ਸ਼ਾਊਲ ਦੀ ਨਿਗਾਹ ਬਦਲ ਗਈ, ਸ਼ਾਊਲ ਦਾ ਸਭ ਕੁਝ ਬਦਲ ਗਿਆ। ਉਹ ਸਰੀਰਕ ਰੀਤੀ ਤੋਂ ਬਹੁਤ ਸੁੰਦਰ ਸੀ, ਪਰ ਆਤਮਾ ਦੇ ਵਿੱਚ ਵੀ ਉਹ ਬੜਾ ਸੋਹਣਾ ਤੇ ਸੁੰਦਰ ਹੋ ਗਿਆ। और परमेश्वर की अभिषेक जब आप पाओगे, आपके जीवन में बदलाव उठाएंगे। ਪ੍ਰਭੂ ਦਾ ਮਸਾ ਜਦੋਂ ਤੁਸੀਂ ਪਾਓਗੇ ਤੁਹਾਡੀ ਜ਼ਿੰਦਗੀ 'ਚ ਬੜੀ ਇੱਕ ਤਬਦੀਲੀ ਆ ਜਾਵੇਗੀ। अब यहाँ पे लिखा हुआ परमेश्वर की अभिषेक आत्मा बल से उतरा है, व्यक्ति बदल गया ਤਾਂ है। ਇੱਥੇ ਲਿਖਿਆ ਹੋਇਆ ਕਿ ਪਰਮੇਸ਼ਵਰ ਦਾ ਮਸਾ ਬੜੇ ਪ੍ਰਭਾਵਸ਼ਾਲੀ ਰੂਪ 'ਚ ਉਹਦੇ ਉੱਤੇ ਉਤਰ ਆਇਆ ਤਾਂ ਉਹ ਇਨਸਾਨ 'ਚ ਤਬਦੀਲੀ ਹੋ अब ਗਈ। शाऊल पर परमेश्वर
परमेश्वर की आत्मा की शक्ति ਹੁਣ पाए, ਸ਼ਾਊਲ ਨੇ ਜਿਹੜੀ ਪਰਮੇਸ਼ਰ ਦੀ ਰੂਹ ਦੀ ਸਾਮਰਥ ਨੂੰ ਪਾਇਆ व्यक्ति बदला, ਤਾਂ ਉਹ ਇਨਸਾਨ ਤਬਦੀਲ ਹੋ ਗਿਆ, राजा बन गया, ਉਹ ਪਾਤਸ਼ਾਹ ਬਣ ਗਿਆ, प्रभु बन गया, ਉਹ ਇੱਕ ਪ੍ਰਭੂ ਬਣ ਗਿਆ, न्याय करने वाले बने, ਹੁਣ ਉਹ ਨਿਆਂ ਕਰਨ ਵਾਲਾ ਬਣ ਗਿਆ, इस्राएल की राजा बन गया है। ਇਸਰਾਇਲ ਦਾ ਪਾਤਸ਼ਾਹ ਬਣ ਗਿਆ। जब अभिषेक तुझे पर आएंगे, परमेश्वर तुम्हें राजा ਜਦੋਂ बनाएंगे। ਮਸਾ ਤੁਹਾਡੇ ਤੋਂ ਆਏਗਾ ਪਰਮੇਸ਼ਰ ਤੁਹਾਨੂੰ ਪਾਤਸ਼ਾਹ ਬਣਾਵੇਗਾ। परमेश्वर की वचन कहते हैं, प्रभु कहते हैं, मैं तुझे पूछ नहीं किंतु सिर ठहराएंगे। ਪ੍ਰਭੂ ਦਾ ਕਲਾਮ ਕਹਿੰਦਾ ਕਿ ਮੈਂ ਤੈਨੂੰ ਪੂੰਛ ਨਹੀਂ ਤੈਨੂੰ ਸਿਰ ਬਣਾਵਾਂਗਾ। शैतान हमेशा चाहते हमें पूछ बना के ਪਰ रखे, ਸ਼ੈਤਾਨ ਚਾਹੁੰਦਾ ਅਸੀਂ ਪੂੰਛ ਬਣ ਕੇ ਰਹੀਏ, हर जगह पे छोटा, ਹਰ ਥਾਂ ਤੇ ਨਿੱਕੇ, हर जगह में छोटे। ਹਰ ਥਾਂ ਤੇ ਨਿੱਕੇ। पूछ हमें कभी ऊंचे नहीं होते, पूछ नीचे को होते हैं। ਜਿਹੜੀ ਪੂੰਛ ਹੁੰਦੀ ਹੈ ਉਹ ਸਦਾ ਨੀਵੀਂ ਰਹਿੰਦੀ ਹੈ, ਉਹ ਕਦੀ ਉੱਚੀ ਨਹੀਂ ਹੁੰਦੀ। ਉਹ अब इस व्यक्ति कौन है? ਹੁਣ ਇਹ ਬੰਦਾ ਕੌਣ ਹੈ? मैं पहले आपको बताया बेन्यामीन गोत्र का है। ਪਹਿਲੇ ਤੁਹਾਨੂੰ ਦੱਸਿਆ ਕਿ ਉਹ ਬਿਨयामीन कबीले ਦਾ। बेन्यामीन गोत्र छोटे गोत्र हैं। ਜਿਹੜਾ ਬਿਨयामीन ਕਬੀਲਾ ਉਹ ਨਿੱਕਾ ਜਿਹਾ ਕਬੀਲਾ। इसके अंदर ऐसे का विचार था, मैं छोटा हूँ, ਉਹਦੇ ਅੰਦਰ ਇਹੋ ਜਿਹਾ ਇੱਕ ਖਿਆਲ ਚਿੱਤ ਚ ਸੀ ਕਿ ਮੈਂ लेकिन ਨਿੱਕਾ ਜਿਹਾ। परमेश्वर की अनुग्रह उस पर आए, परमेश्वर की मस्सा उस पर आए, उसको छोटा नहीं उसको प्रभु बना दिया ਤੇ है। ਜਦੋਂ ਪਰਮੇਸ਼ਰ ਦਾ ਅਭਿਸ਼ੇਕ ਉਹਦੇ ਉੱਤੇ ਆਇਆ ਫਿਰ ਉਹਨੂੰ ਨਿੱਕਾ ਨਹੀਂ, ਉਹਨੂੰ ਪਰਮੇਸ਼ਰ ਨੇ ਵੱਡਾ ਬਣਾ ਦਿੱਤਾ। जब तुझ पर परमेश्वर की अभिषेक आएंगे, आप एक साधारण व्यक्ति नहीं, आप असाधारण व्यक्ति, एक्स्ट्रा ऑर्डिनरी बनेगा। ਜਦੋਂ ਪਰਮੇਸ਼ਰ ਦਾ ਅਭਿਸ਼ੇਕ ਮਸਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਇੱਕ ਆਮ ਜਿਹੇ ਜਨ ਨਹੀਂ ਰਹੋਗੇ, ਤੁਸੀਂ ਪ੍ਰਭਾਵਸ਼ਾਲੀ ਇਨਸਾਨ ਬਣ ਜਾਓਗੇ। आप एक असाधारण व्यक्ति होगा। ਤੁਸੀਂ ਬੜੇ ਪ੍ਰਭਾਵਸ਼ਾਲੀ ਜਨ ਹੋਵੋਗੇ। पवित्र आत्मा शक्ति के साथ शाऊल पर उतरा है, ਪਾਕ ਰੂਹ ਦੀ ਜਿਹੜੀ ਸ਼ਕਤੀ ਸ਼ਾਊਲ ਦੇ ਉੱਤੇ ਉਤਰ ਆਈ वो ਹੈ एक्स्ट्रा ऑर्डिनरी हो गए, ਤਾਂ ਉਹ ਅਸਾਧਾਰਨ ਹੋ ਗਿਆ, ਉਹ परिवर्तित हो गए, ਤਾਂ ਉਹ ਬਦਲ ਗਿਆ, ਉਹ प्रजा के लिए प्रभु हो गए, ਤਾਂ ਉਹ ਪ੍ਰਜਾ ਵਾਸਤੇ ਇੱਕ ਹਾਕਿਮ ਬਣ ਗਿਆ, प्रभा और लोगों के लिए अगवा हो गए, ਤਾਂ ਲੋਕਾਂ ਦੀ ਅਗਵਾਈ ਕਰਨ ਵਾਲਾ ਬਣ इस्राएल ਗਿਆ, के लिए राजा हो गए। ਇਸਰਾਇਲ ਦੇ ਲਈ ਉਹ ਪਾਤਸ਼ਾਹ ਹੋ ਗਿਆ। परमेश्वर की नजर में भी अभिषिक्त व्यक्ति हो गए। ਪਰਮੇਸ਼ਰ ਦੀ ਨਿਗਾਹ 'ਚ ਵੀ ਉਹ ਮਸਾ ਕੀਤਾ इस ਹੋਇਆ ਹੋ ਗਿਆ। अभिषेक उसको परिवर्तित कर दिया है, ਇਸ ਮਸਾ ਨੇ ਉਹਨੂੰ ਬਦਲ ਦਿੱਤਾ, इस अभिषेक उसको बदल दिया है, ਇਸ ਮਸਾ ਨੇ ਉਹਨੂੰ ਤਬਦੀਲ इस ਕਰ ਦਿੱਤਾ, अभिषेक उसको चेंज किया है, ਇਸ ਮਸਾ ਨੇ ਉਹਨੂੰ बदल इस ਦਿੱਤਾ, अभिषेक उसके जीवन में चेंजेस आ गए। ਇਸ ਮਸਾ ਦੇ ਕਰਕੇ ਉਹਦੀ ਜ਼ਿੰਦਗੀ 'ਚ ਤਬਦੀਲੀ ਆ ਗਈ। बाइबल कहते हैं अभिषेक बंधनों को तोड़ देते हैं। ਬਾਈਬਲ ਕਹਿੰਦੀ ਜਿਹੜੀ ਮਸਾ ਜੁਲਿਆਂ ਨੂੰ ਤੋੜ ਦਿੰਦਾ ਹੈ। इसको अभिषेक क्या किया है, सामर्थ्य क्या किया, व्यक्ति बदल दिया है, राजा बनाया, भाषा बनाए, उसको अगवा बना दी, स्ट्रॉन्ग व्यक्ति बनाए। ਇੱਕ ਅਭਿਸ਼ੇਕ ਆਇਆ ਤੇ ਉਸ ਇਨਸਾਨ ਨੂੰ ਕੀ ਬਣਾ ਦਿੱਤਾ, ਉਹਨੂੰ ਪਾਤਸ਼ਾਹ ਬਣਾ ਦਿੱਤਾ, ਪ੍ਰਜਾ ਤੇ ਇੱਕ ਹਕੂਮਤ ਚਲਾਉਣ ਵਾਲਾ ਬਣਾ ਦਿੱਤਾ, ਉਹਨੂੰ ਬੜਾ ਮਜ਼ਬੂਤ ਬਣਾ ਦਿੱਤਾ। अब हमारे ऊपर अभिषेक आएगा तो हम क्या होगा? ਜੇ ਸਾਡੇ ਉੱਤੇ ਉਹ ਮਸਾ ਹੋਊਗਾ ਫਿਰ ਆਪਾਂ ਕੀ ਹੋਵਾਂਗੇ? बल पाएंगे, ਆਪਾਂ ਤਾਕਤ ਪਾਵਾਂਗੇ, शक्ति पाएंगे, ਆਪਾਂ ਜ਼ੋਰ ਨੂੰ ਪਾਵਾਂਗੇ, फिर हम कौन बनेगा? ਫਿਰ ਆਪਾਂ ਕੌਣ ਬਣਾਂਗੇ? आइए नया नियम क्या है, प्रेरितों को पत्री पगले अध्याय उसकी 8वां वचन जल्दी पढ़िए। ਤੇ ਆਪਾਂ ਨਵੇਂ ਨਿਯਮ ਦੇ ਵਿੱਚ ਆਵਾਂਗੇ, ਰਸੂਲਾਂ ਦੇ ਕਰਤੱਵ 1 ਦੇ 8 ਦੇ ਵਿੱਚ लिखा है जब परमेश्वर की आत्मा तुझ पर आएंगे, ਜਦੋਂ ਪਰਮੇਸ਼ਰ ਦਾ ਰੂਹ ਤੁਹਾਡੇ ਉੱਤੇ ਆਵੇਗਾ, तुम सामर्थ पाओगे ਤੁਸੀਂ ਸ਼ਕਤੀ ਨੂੰ ਪਾਓਗੇ, और तुम मेरी गवाह होगा। ਤਾਂ ਤੁਸੀਂ ਮੇਰੇ ਗਵਾਹ ਹੋਵੋਗੇ। यरूशलेम में, ਯਰੂਸ਼ਲਮ ਦੇ ਵਿੱਚ, सारी यहूदी देश में, ਸਾਰੇ ਯਹੂਦੀਆ ਦੇ ਵਿੱਚ और सामरिया ਤੇ ਸਾਮਰੀਆ ਦੇ और ਵਿੱਚ धरती की छोर छोर तक, ਤੇ ਇਸ ਪੂਰੇ ਸੰਸਾਰ तक यीशु कहते तुम मेरी गवाह होगा। ਯीशु ਕਹਿੰਦਾ ਤੂੰ ਮੇਰਾ जब ਗਵਾਹ परमेश्वर की ਹੋਵੇਗਾ। अभिषेक आपके ऊपर ਜਦੋਂ आएंगे, ਪ੍ਰਭੂ ਦਾ ਮਸਾ ਤੁਹਾਡੇ ਉੱਤੇ ਆਵੇਗਾ अब ऑटोमेटिकली राजा बनेगा, ਤਾਂ ਆਪਣੇ ਆਪ ਹੀ ਤੁਸੀਂ ਉਹ ਪਾਤਸ਼ਾਹ ਬਣ ਜਾਓਗੇ, वृद्ध लोगों के लिए प्रभु बनेगा, ਤਾਂ ਲੋਕਾਂ ਦੇ ਲਈ ਤੁਸੀਂ ਹਕੂਮਤ परमेश्वर ਚਲਾਓਗੇ, की नजर में आप विशेष व्यक्ति बनेगा, ਤਾਂ ਪਰਮੇਸ਼ਰ ਦੀ ਨਿਗਾਹ 'ਚ ਤੁਸੀਂ ਬੜੇ ਉੱਤਮ ਹੋ ਜਾਓਗੇ, आप एक एक्स्ट्रा ऑर्डिनरी बनेगा, ਤਾਂ ਤੁਸੀਂ ਇੱਕ ਅਸਾਧਾਰਨ ਬਣ ਜਾਓਗੇ, आप परमेश्वर की गवाह होगा। ਤੁਸੀਂ ਪਰਮੇਸ਼ਰ ਦੇ ਗਵਾਹ प्रभु ਹੋਵੋਗੇ। की गवाह, परमेश्वर की गवाह कैसे बनते हैं? ਪ੍ਰਭੂ ਦੇ ਜਿਹੜੇ ਗਵਾਹ ਫਿਰ ਕਿੱਦਾਂ ਬਣਦੇ ਆ? बाइबल पकड़ने से हम गवाह नहीं बनते हैं। ਆਪਾਂ ਬਾਈਬਲ ਪੜਨ ਦੇ ਨਾਲ ਗਵਾਹ ਨਹੀਂ ਬਣਦੇ। जब मैं टीपीएम सिलोन पेंटेकोस्टल चर्च में बपतिस्मा लेके वहीं विश्वासी बने रहे, मैं सोचा बपतिस्मा लेने से, पवित्र वस्त्र पहनने से या सफेद वस्त्र पहनने से, बाइबल पकड़ने से हम एक पवित्र व्यक्ति बनेगा। ਤਾਂ ਜਦੋਂ ਪ੍ਰਭੂ ਦੇ ਦਾਸ ਨੇ ਟੀਪੀਐਮ ਚਰਚ ਦੇ ਵਿੱਚ ਬਪਤਿਸਮਾ ਲਿਆ ਤਾਂ ਬਪਤਿਸਮਾ ਲੈਣ ਤੋਂ ਬਾਅਦ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਚਿੱਟੇ ਸਫੇਦ ਕੱਪੜੇ ਪਾਉਣ ਦੇ ਨਾਲ ਤੇ ਬਾਈਬਲ ਨੂੰ ਹੱਥ 'ਚ ਫੜਨ ਦੇ ਨਾਲ ਹਾਂ ਮੈਂ ਯੀਸ਼ੂ ਮਸੀਹ ਦਾ ਇੱਕ ਗਵਾਹ ਬਣਾਂਗਾ। और आईपीसी में आए, आईपीसी में भी यही सोच विचार में थे। ਤੇ ਆਈਪੀਸੀ ਦੇ ਵਿੱਚ ਆਏ ਤਾਂ ਉੱਥੇ ਵੀ ਖਿਆਲਾਂ 'ਚ ਆਹੀ ਚੱਲ ਰਿਹਾ ਸੀ। अब मैं एजी में सेवा करते थे तभी भी मेरे मन में यही विचार थे। ਹੁਣ ਏਜੀ ਦੇ ਵਿੱਚ ਸੇਵਕਾਈ ਕਰਦੇ ਤਾਂ ਵੀ ਮਨ ਦੇ ਵਿੱਚ ਐਦਾਂ ਇੱਕ ਖਿਆਲ ਸੀ। आप पिछले
10 साल हो गए, परमेश्वर मेरे जीवन को बदल दिया है। ਪਰ ਪਿਛਲੇ ਜਿਹੜੇ ਬੀਤੇ 10 ਸਾਲ ਜਿਹੜੇ ਹੋਏ ਆ ਪਰਮੇਸ਼ਰ ਨੇ ਇੱਕ ਜ਼ਿੰਦਗੀ ਦੇ ਵਿੱਚ ਬਦਲਾਵਟ मुझे ਦਿੱਤੀ। पता लगा है ਫਿਰ ਇੱਕ ਗੱਲ ਨੂੰ ਜਾਣ ਲਿਆ, पोजीशन, ਆ ਜਿਹੜੀ ਪਦਵੀ, कुर्सी, ਕੁਰਸੀ, सुपरिटेंडेंट, ਸੁਪਰਡੈਂਟੈਂਟ प्रेस्पेक्टर, ਦਾ ਪ੍ਰੋਸਪੈਕਟਰ, चाहे कोई भी हो, ਭਲਾ ਕੋਈ ਵੀ ਹੋ, ये सब व्यर्थ हैं, ਇਹ ਸਭ ਵਿਅਰਥ ਹੈ, ये सब बेकार हैं, ਇਹ ਸਭ ਬੇਕਾਰ ਹੈ। ये सब हैं छोटे छोटे जिस कलीसिया के साथ बैठे हैं उनके लिए हैं। ਤਾਂ ਇਹ ਉਹਨਾਂ ਵਾਸਤੇ ਜਿਹੜੇ ਨਿੱਕੇ ਨਿੱਕੇ ਮੰਡਲੀਆਂ ਦੇ ਵਿੱਚ ਬੈਠੇ ਆ। और अपने को इस लाखों हजारों को साथ बैठना, उसके लिए ये सब पोजीशन, ये सब स्थान छोड़ के परमेश्वर की मसा तुम डायरेक्ट ले ले, प्रभु से अभिषेक ले ले, प्रभु के लिए एक्स्ट्रा ऑर्डिनरी हो जाए। ਤਾਂ ਜੇ ਲੱਖਾਂ ਦੇ ਇਸ ਇੱਕ ਝੁੰਡ ਦੇ ਵਿੱਚ ਬੈਠਣਾ ਤਾਂ ਤੂੰ ਪਰਮੇਸ਼ਰ ਦਾ ਜਿਹੜਾ ਅਭਿਸ਼ੇਕ ਹੈ ਉਹ ਸਿੱਧੇ ਤੌਰ ਤੋਂ ਲੈ ਲਾ ਤਾਂ ਕਿ ਤੂੰ ਪਰਮੇਸ਼ਰ ਦੇ ਕੰਮਾਂ ਦੇ ਲਈ ਇਸਤੇਮਾਲ ਕੀਤਾ ਜਾਵੇ। परमेश्वर की अभिषेक जब आपके ऊपर आएंगे, आप एक्स्ट्रा ऑर्डिनरी होके यीशु की गवाह होगा। ਪਰਮੇਸ਼ਰ ਦਾ ਮਸਾ ਜਦੋਂ ਤੁਹਾਡੇ ਉੱਤੇ ਆਵੇਗਾ ਤੁਸੀਂ ਅਸਾਧਾਰਨ ਬਣ ਜਾਓਗੇ ਤੇ ਯीशु ਦੇ ਗਵਾਹ ਹੋ ਜਾਓਗੇ। परमेश्वर की मस्सा आपके ऊपर जब आते, ये ना सोचो आपको महान एक बड़े कुर्सी सोफा में बैठा के आपको लोग पूजा करने ਤੇ लगेंगे। ਜਦੋਂ ਤੁਸੀਂ ਪਰਮੇਸ਼ਰ ਦੇ ਅਭਿਸ਼ੇਕ ਨੂੰ ਪਾਓਗੇ ਤੁਸੀਂ ਐਦਾਂ ਨਾ ਖਿਆਲ ਦੇ ਵਿੱਚ ਲਿਆਇਓ ਕਿ ਇੱਕ ਵੱਡਾ ਸੋਫਾ ਤੇ ਤੁਹਾਨੂੰ ਬਿਠਾ ਦੇਣਗੇ ਤੇ ਤੁਹਾਡੀ ਬੜੀ ਆਰਤੀ ਕਰਨਗੇ, ਤੁਹਾਡਾ ਆਦਰ ਕਰਨਗੇ, ਐਦਾਂ ਨਹੀਂ ਹੋਊਗਾ। जब अभिषेक आपके ऊपर आएंगे, आप सचमुच आप दुष्ट के साथ लड़ाई शुरू ਤੇ करेंगे। ਜਦੋਂ ਮਸਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸੱਚਮੁੱਚ ਉਸ ਵੈਰੀ ਦਾ ਟਾਕਰਾ ਕਰਨਾ ਸ਼ੁਰੂ आप ਕਰ ਦੋਗੇ। लड़ाई शुरू करेंगे। ਤੁਸੀਂ ਉਸ ਲੜਾਈ ਨੂੰ ਸ਼ੁਰੂ ਕਰ ਦਿਓਗੇ। मैं और आप आज मैदान में हैं, ਮੈਂ ਤੇ ਤੁਸੀਂ ਇਸ ਰਣ ਭੂਮੀ ਦੇ ਵਿੱਚ ਆ, लड़ाई के मैदान में हैं। ਇਸ ਲੜਾਈ ਦੇ ਮੈਦਾਨ ਦੇ ਵਿੱਚ बाइबल ਆ। कहते हैं हमारा लड़ाई लहू और मांस से नहीं है, ਬਾਣੀ ਕਹਿੰਦੀ ਸਾਡਾ ਯੁੱਧ ਕੋਈ ਇਨਸਾਨੀ ਨਹੀਂ ਹੈ, हाकिमों से है, ਹਾਕੀਮਾਂ ਨਾਲ ਹੈ, प्रधानों से है, प्रधानों दे नाल है, अधिकारियों से है, अधिकारियों नाल है, दुष्टात्मा सेने से है, ਉਸ ਬਦਰੂ ਲਸ਼ਕਰ ਦੇ ਨਾਲ ਹੈ वायुमंडल में ਜੋ है, ਇਸ ਵਾਤਾਵਰਨ ਦੇ ਵਿੱਚ ਹੈ, आकाश मंडल में रहते ਜਿਹੜੇ हैं। ਇਸ ਆਕਾਸ਼ इस ਅਸਮਾਨ ਚ दुष्ट ਰਹਿੰਦੇ से ਹੈ, हमारी लड़ाई है, ਇਸ ਵੈਰੀ ਦੇ ਨਾਲ ਸਾਡਾ इस ਯੁੱਧ ਹੈ, शैतान से हमारी लड़ाई है, ਇਸ ਸ਼ੈਤਾਨ ਨਾਲ ਸਾਡੀ किसी ਲੜਾਈ ਹੈ, मनुष्य से नहीं, ਕਿਸੇ ਮਨੁੱਖ ਨਾਲ किसी ਨਹੀਂ, व्यक्ति से नहीं, ਕਿਸੇ ਇਨਸਾਨ ਨਾਲ हमारा ਨਹੀਂ, लीडर से नहीं ਨਾ है, ਸਾਡੇ ਅਗੁਵਿਆਂ ਨਾਲ, पड़ोसी से नहीं ਨਾ है, ਗੁਆਂਢੀ ਨਾਲ, किसी राजनीतिक लोगों से नहीं है, ਨਾ ਕਿਸੇ ਮੰਤਰੀਆਂ ਦੇ ਨਾਲ ਹੈ, किसी व्यक्ति से भी नहीं है। ਕਿਸੇ ਨਾਲ ਵੀ ਨਹੀਂ ਹੈ। सीधे कहेंगे शैतान से हमारा लड़ाई है, ਤਾਂ ਸਿੱਧਾ ਹੀ ਆਖਾਂਗੇ ਸ਼ੈਤਾਨ ਦੇ ਨਾਲ ਸਾਡਾ ਯੁੱਧ ਹੈ, शैतान से हमारा मल्ल युद्ध है। शैतान ਦੇ ਨਾਲ ਸਾਡੀ ਇੱਕ ਲੜਾਈ So, ਹੈ। आपके अंदर जब मस्सा आएंगे, शैतान से युद्ध करके हराएंगे, ऑटोमेटिकली यीशु की गवाह होगा। ਤੁਹਾਡੇ ਅੰਦਰ ਜਦੋਂ ਇਹ ਅਭਿਸ਼ੇਕ ਆਵੇਗਾ ਤਾਂ ਤੁਸੀਂ ਸ਼ੈਤਾਨ ਨੂੰ ਜਦੋਂ ਹਰਾਓਗੇ ਤਾਂ ਆਪਣੇ ਆਪ ਹੀ ਇਹ ਲੜਾਈ ਸ਼ੁਰੂ ਹੋ ਜਾਵੇਗੀ। जब मस्सा आपके ऊपर उतरेंगे, आपको एक जगह पर बांध नहीं रख सकते। ਜਦੋਂ ਅਭਿਸ਼ੇਕ ਤੁਹਾਡੇ ਤੇ ਉਤਰੇਗਾ ਤਾਂ ਤੁਸੀਂ ਇੱਕ ਜਗ੍ਹਾ ਤੇ ਬੰਨੇ ਨਹੀਂ ਰਹੋਗੇ। बाइबल कहते हैं जब अभिषेक तुझ पर आएंगे, ਬਾਈਬਲ ਕਹਿੰਦੀ ਜਦੋਂ ਮਸਾ ਤੇਰੇ ਉੱਤੇ ਆਵੇਗਾ, यीशु कहते हैं, तुम मेरी गवाह होगा। ਯੀਸ਼ੂ ਕਹਿੰਦਾ ਤੂੰ ਮੇਰਾ ਗਵਾਹ ਬਣ ਜਾਵੇਂਗਾ। यरूशलेम में, ਯਰੂਸ਼ਲਮ ਦੇ ਵਿੱਚ, सारी यहूदी देश में, ਸਾਰੇ ਯਹੂਦੀਆਂ ਦੇ ਵਿੱਚ, पड़ोसी देश में, शामरिया में, ਗੁਆਂਢੀ ਦੇਸ਼ ਸ਼ਾਮਰੀਆ ਦੇ ਵਿੱਚ और धरती की एंड तक, छोर छोर तक यीशु की गवाह होगा। ਤੇ ਪੂਰੇ ਸੰਸਾਰ ਦੇ ਵਿੱਚ ਯੀਸ਼ੂ ਮਸੀਹ ਦੇ ਗਵਾਹ ਹੋਏਗਾ। तुम पढ़े लिखे हो, अंग्रेजी मारते हो, तुम यीशु की गवाह नहीं बन सकते। ਤੁਸੀਂ ਪੜ੍ਹੇ ਲਿਖੇ ਹੋ, ਅੰਗਰੇਜ਼ੀ ਆਉਂਦੀ ਆ, ਯੀਸ਼ੂ ਦੇ ਗਵਾਹ ਨਹੀਂ ਬਣ ਸਕਦੇ। बाइबल दिन रात पढ़ते रहते हो, आप यीशु की गवाह नहीं बन सकते। ਪਰਮੇਸ਼ਰ ਦੇ ਵਚਨਾਂ ਨੂੰ ਦਿਨ ਰਾਤ ਪੜ੍ਹਦੇ ਰਹਿੰਦੇ ਹੋ ਤਾਂ ਵੀ ਯੀਸ਼ੂ ਦੇ ਗਵਾਹ ਨਹੀਂ ਬਣ ਸਕਦੇ। चाहे आप पढ़े लिखे हो, चाहे अनपढ़ हो, ਭਲਾ ਤੁਸੀਂ ਪੜ੍ਹੇ ਲਿਖੇ ਹੋ ਜਾਂ ਅਨਪੜ੍ਹ ਹੋ, चाहे ऊंचे खानदान के, चाहे छोटे ਭਲਾ खानदान ਤੁਹਾਡਾ के, ਘਰਾਣੇ ਉੱਚੇ ਘਰਾਣੇ ਤੋਂ ਭਲਾ ਨਿੱਕੇ ਘਰਾਣੇ ਤੋਂ, चाहे आप गोरे हो, काले हो, ਭਲਾ ਤੁਸੀਂ ਗੋਰੇ ਹੋ ਜਾਂ ਕਾਲੇ ਹੋ, चाहे पीले हो, लाल हो, ਭਲਾ ਪੀਲੇ ਹੋ ਲਾਲ ਹੋ, that doesn't matter। ਤਾਂ ਇਹ ਨਹੀਂ ਮਾਇਨੇ जब यीशु की अभिषेक आपके ऊपर ਜਦੋਂ आएंगे, ਯੀਸ਼ੂ ਦਾ ਮਸਾ ਤੁਹਾਡੇ ਉੱਤੇ जब ਆਵੇਗਾ, यीशु की सामर्थ आपके ऊपर आएंगे, ਜਦੋਂ ਯੀਸ਼ੂ ਦੀ ਸ਼ਕਤੀ ਤੁਹਾਡੇ ਤੇ आप ਆਵੇਗੀ यीशु की गवाह होगा। ਤਾਂ ਤੁਸੀਂ ਯੀਸ਼ੂ ਦੇ ਗਵਾਹ आप ਹੋਵੋਗੇ। यीशु की गवाह होगा। ਤੁਸੀਂ ਯੀਸ਼ੂ ਦੇ ਗਵਾਹ आप ਹੋਵੋਗੇ। यीशु की गवाह होगा। ਤੁਸੀਂ ਯੀਸ਼ੂ ਦੇ ਗਵਾਹ ਹੋਵੋਗੇ। सबसे पहले मस्सा उतरेगा, ਸਭ ਤੋਂ ਪਹਿਲੇ ਅਭਿਸ਼ੇਕ ਉਤਰੇਗਾ, साथ साथ व्यक्ति बदलेगा, ਨਾਲੇ ਮਨੁੱਖ ਬਦਲ ਜਾਵੇਗਾ, बदल जाएंगे। ਉਹ ਤਬਦੀਲ ਹੋ ਜਾਵੇਗਾ। आप शाऊल व्यक्ति बदल गया ਹੁਣ है, ਜਿਹੜਾ ਸ਼ਾਉਲ ਸੀ ਉਹ ਪਰਿਵਰਤਿਤ ਹੋ ਗਿਆ, वो परिवर्तित हो गया ਤਾਂ है, ਉਹ ਬਦਲ ਗਿਆ, ਉਹ अब ट्रांसफर हो गया है, ਤਾਂ ਉਹ ਤਬਦੀਲ ਹੋ ਗਿਆ, ਉਹ ट्रांसफॉर्मेशन हो गया है, ਤਾਂ ਉਹ ਪਰਿਵਰਤਿਤ ਹੋ ਗਿਆ, ਉਹ परिवर्तित होकर बदल गया है। ਤਾਂ ਉਹ ਪਰਿਵਰਤਿਤ ਹੋ ਕੇ ਬਦਲ इसको ਗਿਆ, ट्रांसफॉर्मेशन कहते ਤਾਂ हैं। ਇਹਨੂੰ ਟਰਾਂਸਫਾਰਮੇਸ਼ਨ ਕਹਿੰਦੇ ਆ। ट्रांसफॉर्म हो गया है, ਤਾਂ ਉਹ ਬਦਲ ਗਿਆ, ਉਹ व्यक्ति बदल गया ਉਹ है। ਮਨੁੱਖ ਬਦਲ ਗਿਆ, ਉਹ
साइंस हमें सिखाते हैं हमारे दादा परदादा 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 बंदर था। ਤੇ ਜਿਹੜਾ ਵਿਗਿਆਨ ਸਾਨੂੰ ਸਿਖਾਉਂਦਾ ਹੈ ਕਿ ਸਾਡੇ ਦਾਦਾ ਪੜਦਾਦਾ ਪੜਦਾਦਾ ਉਹ ਇੱਕ ਬਾਂਦਰ ਸੀ। बंदर से और बड़े बंदर बनके इस हालत में आ गए हम। ਤਾਂ ਜਿਹੜੇ ਉਹ ਬਾਂਦਰ ਸੀ, ਬਾਂਦਰ ਤੋਂ ਵਿਕਸਿਤ ਹੁੰਦੇ 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 ਆਪਾਂ ਇਸ ਤਰ੍ਹਾਂ ਦੇ ਰੂਪ ਚ ਆ ਗਏ ਹਾਂ। हमें शर्म आते हैं हमारा दादा परदादा बंदर बोलने के लिए। ਸਾਨੂੰ ਕਿੰਨੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਕਿ ਸਾਡੇ ਦਾਦੇ ਪੜਦਾਦੇ ਪੁਰਖ ਜਿਹੜੇ ਬੰਦਰ ਸੀ। हमारे दादा परदादा ही इंसान था, परमेश्वर के स्वरूप में बनाया इंसान थे। ਸਾਡੇ ਜਿਹੜੇ ਦਾਦੇ ਪੜਦਾਦੇ ਬਜ਼ੁਰਗ ਸੀ ਉਹ ਪਰਮੇਸ਼ਰ ਦੇ ਸਰੂਪ ਸਮਾਨਤਾ ਚ ਬਣਾਏ ਹੋਏ ਸੀ। इसलिए इस गैर कौम की गंदे टीचिंग में विचारों में हम ना जाएं। ਤਾਂ ਇਹਨਾਂ अन्य ਜਾਤੀਆਂ ਦੀ ਜਿਹੜੀ ਗਲਤ ਸਿੱਖਿਆਵਾਂ ਦੇ ਵਿੱਚ ਆਪਾਂ ਨਾ ਜਾਈਏ। अब मरते समय मरने के बाद ये शरीर सीधे स्वर्ग या नरक दो जगह पर जाएंगे। ਤੇ ਮਰਨ ਤੋਂ ਬਾਅਦ ਇਹ ਜਿਹੜੀ ਆਤਮਾ ਆ ਉਹ ਜਾਂ ਤਾਂ स्वर्ग जाऊगी तो या नरक जाऊगी। यदि प्रभु के लिए जीवन बिताएंगे, प्रभु के साथ चलेगा तो स्वर्ग, नहीं है तो नरक, और कोई जगह नहीं है। ਜੇ ਪ੍ਰਭੂ ਦੇ ਨਾਲ ਜ਼ਿੰਦਗੀ ਗੁਜ਼ਾਰਾਂਗੇ ਤਾਂ स्वर्ग ਹੈ, ਜੇ ਨਹੀਂ ਤਾਂ ਫਿਰ नरक ही ਆ। गैर कौम पता क्या सोचते हैं? अन्य जातियां पता ਕੀ ਵਿਚਾਰ ਕਰਦੀਆਂ? यदि अच्छा काम करेगा तो कबूतर बनेगा, ਜੇ ਚੰਗਾ ਕੰਮ ਕੀਤਾ, ਭਲਾਈ ਕੰਮ ਕੀਤੇ ਤਾਂ ਕਬੂਤਰ ਬਣ यदि ਜਾਣਗੇ। अच्छा नहीं बनेगा तो फिर मेंढक बनेगा, बिल्ली बनेगा, चूहा बनेगा। ਤੇ ਜੇ ਚੰਗਾ ਨਾ ਕੀਤਾ ਤਾਂ ਡੱਡੂ ਬਣ ਜਾਣਗੇ ਜਾਂ ਬਿੱਲੀ ਜਾਂ ਚੂਹਾ ਬਣ ਜਾਣਗੇ। ये सब मूर्खों के विचार हैं, ਇਹ ਸਾਰੇ ਜਿਹੜੇ ਮੂਰਖਾਂ ਦਾ ये ਖਿਆਲ सब ਹੈ, मूर्खता है। ਇਹ ਸਭ ਮੂਰਖਤਾ आप ਹੀ ਹੈ। परमेश्वर के लोग, ਅਸੀਂ ਪਰਮੇਸ਼ਰ ਦੇ परमेश्वर ਲੋਕ, की स्वरूप में बनाए हुए लोग, ਪਰਮੇਸ਼ਰ ਦੇ ਸ਼ਕਲ ਦੇ ਵਿੱਚ ਬਣਾਏ ਲੋਕ। आपके अंदर की आत्मा का वैल्यू पता परमेश्वर ने क्या रखा है? ਤੁਹਾਡੇ ਅੰਦਰ ਜਿਹੜੀ ਰੂਹ ਹੈ ਉਹਦੀ ਕੀਮਤ ਪਰਮੇਸ਼ਰ ਨੇ ਪਤਾ ਕਿੰਨੀ ਰੱਖੀ ਹੈ? कौन बता सकते हैं? ਕੌਣ ਦੱਸ ਸਕਦਾ ਹੈ? पूरी धरती से भी ज्यादा है। पूरे इस जमीन धरती तो भी एक ज्यादा। आत्मा की कीमत सारी धरती से भी ज्यादा है। एक रूह ਦਾ ਜਿਹੜਾ ਮੁੱਲ ਹੈ ਪੂਰੀ ਧਰਤੀ ਨਾਲੋਂ ਜ਼ਿਆਦਾ ਹੈ। आप जान लो, समझ लो, एक आत्मा की कीमत सारी दुनिया से, सारी धरती से भी ज्यादा है। तो आपकी आत्मा को परमेश्वर ने क्या वैल्यू रखा है? ਤਾਂ ਤੁਸੀਂ ਇਹ ਸਮਝੋ ਕਿ ਤੁਹਾਡੀ ਜਿਹੜੀ ਰੂਹ ਦੀ ਕੀਮਤ ਜਿਹੜੀ ਪਰਮੇਸ਼ਰ ਨੇ ਤੁਹਾਡੇ ਅੰਦਰ ਦਿੱਤੀ ਹੈ, ਇਸ ਪੂਰੇ ਸੰਸਾਰ ਧਰਤੀ ਨਾਲੋਂ ਜੇ ਜ਼ਿਆਦਾ ਹੈ, ਤੁਸੀਂ ਕੀਮਤੀ ਹੋ, ਤਾਂ ਤੁਸੀਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਕਿੰਨੇ ਕੀਮਤੀ ਹੋ। अब नेगेटिव एनर्जी, ये शैतान, ये कोशिशें हमें नरक ले जाए, हमें पूछ बना के रखे, हमें समस्या में रखे, हमें दबाव में रखे। लेकिन परमेश्वर की सामर्थ, असीम सामर्थ आपके ऊपर आएंगे। आप व्यक्ति बदलकर, परिवर्तित होकर एक नई व्यक्ति बनकर प्रभु के लिए इस्तेमाल हो जाएंगे। ਪਰ ਜਿਹੜੀਆਂ ਸ਼ੈਤਾਨ ਦੀਆਂ ਕੋਸ਼ਿਸ਼ਾਂ ਕੀ ਰਹਿੰਦੀਆਂ ਕਿ ਸਾਨੂੰ ਬੜਾ ਦਬਾਅ ਦੇ ਵਿੱਚ ਪਾ ਕੇ, ਸਾਨੂੰ ਗੁਲਾਮੀ ਦੇ ਵਿੱਚ ਰੱਖ ਕੇ, ਸਾਨੂੰ ਨਰਕ ਦੇ ਵਿੱਚ ਰੱਖਣਾ। ਪਰ ਪਰਮੇਸ਼ਰ ਦਾ ਅਭਿਸ਼ੇਕ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਹੋਰ ਇਨਸਾਨ ਬਦਲ ਜਾਓਗੇ, ਤਾਂ ਪਰਮੇਸ਼ਰ ਦੇ ਲਈ ਇੱਕ ਪ੍ਰਭਾਵਸ਼ਾਲੀ ਜਨ ਬਣ ਜਾਓਗੇ। अब क्या बना है? ਹੁਣ ਆਪਾਂ ਕੀ ਬਣੇ ਆ? शाऊल एक और व्यक्ति बना है, ਹੁਣ शाऊल ਹੋਰ ਹੀ ਵਿਅਕਤੀ ਇਨਸਾਨ ਬਣ ਗਿਆ। एक्स्ट्राऑर्डिनरी बन गए। ਉਹ ਅਸਾਧਾਰਨ ਬਣ ਗਿਆ। ਉਹ एक्स्ट्राऑर्डिनरी, ਅਸਾਧਾਰਨ लोगों के लिए प्रभु, ਲੋਕਾਂ ਵਾਸਤੇ ਉਹ ਪ੍ਰਭੂ ਬਣ ਗਿਆ। इस्राएल के लिए राजा, ਇਸਰਾਇਲ ਦਾ ਉਹ ਪਾਤਸ਼ਾਹ ਬਣ ਗਿਆ। परमेश्वर का प्यारा बेटा, क्योंकि परमेश्वर की अभिषेक, परमेश्वर आप ही उस पर वास किया है। ਪਰਮੇਸ਼ਰ ਦਾ ਇੱਕ ਪਿਆਰਾ ਪੁੱਤਰ, ਕਿਉਂਕਿ ਪਰਮੇਸ਼ਰ ਦਾ ਅਭਿਸ਼ੇਕ ਮਸਾ ਉਹਦੇ ਉੱਤੇ, ਪਰਮੇਸ਼ਰ ਆਪ ਹੀ ਆ ਠਹਿਰਿਆ ਉਹਦੇ ਉੱਤੇ। एक और विशेष बात हम आगे पढ़ेंगे, 9 आयतें हम पढ़ेंगे। जब शमूएल से अलग हो, पढ़े 10 का 9। बाइबल नहीं है किसी के पास? जैसे ही उसने शमूएल के पास से जाने को हाँ। पीठ फेरी, वैसे ही परमेश्वर ने उसके मन को परिवर्तित किया हाँ। और वे सब चिन्ह उसी दिन प्रकट हुए। आमीन। इंग्लिश बाइबल में लिखा है, God has given a new heart to him। परमेश्वर ने उसको एक नया हृदय दिया है। ਤਾਂ ਅੰਗਰੇਜ਼ੀ ਦੇ ਅਨੁਵਾਦ ਦੇ ਵਿੱਚ ਇਸ ਤਰ੍ਹਾਂ ਦਿੱਤਾ ਹੋਇਆ ਕਿ ਪਰਮੇਸ਼ਰ ਨੇ ਜਿਹੜਾ ਉਹਦਾ ਦਿਲ ਹੈ ਬਦਲ ਕੇ ਨਵਾਂ ਕਰਕੇ ਦੇ ਦਿੱਤਾ। एक नए हृदय उसको दिया है। ਇੱਕ ਨਵਾਂ ਦਿਲ ਉਹਨੂੰ ਦੇ ਦਿੱਤਾ। God changed his heart। ਪਰਮੇਸ਼ਰ ਨੇ ਉਹਦੇ ਦਿਲ ਨੂੰ ਬਦਲ ਦਿੱਤਾ। हृदय नया दे दिया है। ਦਿਲ ਨੂੰ ਨਵਾਂ ਕਰ ਦਿੱਤਾ। नए हृदय मिले हैं। ਨਵਾਂ ਦਿਲ ਉਹਨੂੰ ਮਿਲ ਗਿਆ। आज परमेश्वर आपको एक नई हृदय देना चाहते हैं। ਅੱਜ ਪਰਮੇਸ਼ਰ ਇੱਕ ਨਵਾਂ ਦਿਲ ਦੇਣਾ एक ਚਾਹੁੰਦਾ नई ਹੈ। हृदय जब तक हमें नहीं है, हम परमेश्वर के लिए सोच नहीं सकता। ਜਿੰਨੀ ਦੇਰ ਇੱਕ ਨਵਾਂ ਦਿਲ ਸਾਡੇ ਅੰਦਰ ਨਹੀਂ ਧੜਕਦਾ ਪਰਮੇਸ਼ਰ जब एक नई हृदय नहीं है तो हम पुराने सोच विचार में रहेंगे। ਜਿੰਨੀ ਦੇਰ ਇੱਕ ਨਵਾਂ ਦਿਲ ਨਹੀਂ ਸਾਡੇ ਅੰਦਰ ਤਾਂ ਪੁਰਾਣੇ एक नई हृदय नहीं तो पुराने विचारों में, सोच में हम रहेंगे। ਤੇ ਜੇ ਨਵਾਂ ਦਿਲ ਨਹੀਂ ਤਾਂ ਪੁਰਾਣੇ ਖਿਆਲਾਂ ਦੇ ਵਿੱਚ, ਸੋਚ ਵਿਚਾਰਾਂ 'ਚ ਵੀ
ਰਵਾਂਗੇ। एक नई हृदय हमें आवश्यक है। ਇੱਕ ਨਵੇਂ ਦਿਲ ਦੀ ਸਾਨੂੰ ਜ਼ਰੂਰਤ ਹੈ। आज मैं सेवकों के लिए एक भविष्यवाणी कर रहा हूँ। ਜਿਹੜੇ ਸੇਵਾ ਕਰਦੇ ਆ ਉਹਨਾਂ ਦੇ ਲਈ ਇੱਕ ਭਵਿਸ਼ਵਾਣੀ ਹੈ। जब तक बदलेंगे नहीं, ਜਿੰਨੀ ਦੇਰ ਤੁਸੀਂ ਤਬਦੀਲ ਨਹੀਂ जब तक ਹੋਵੋਗੇ, नई हृदय नहीं होगा, ਜਿੰਨੀ ਦੇਰ ਦਿਲ ਨਵਾਂ ਨਹੀਂ जब तक ਹੋਊਗਾ, विचार नहीं बदलेंगे, ਜਿੰਨੀ ਦੇਰ ਖਿਆਲ ਨਹੀਂ जब तक ਬਦਲਣਗੇ, एक नई व्यक्ति नहीं बनेंगे, ਜਿੰਨੀ ਦੇਰ ਇੱਕ ਨਵਾਂ ਇਨਸਾਨ ਨਹੀਂ ਬਣਦੇ प्रभु ਤੁਸੀਂ, कोई भी जिम्मेवारी दे नहीं सकता है। ਪ੍ਰਭੂ ਕੋਈ ਵੀ ਜ਼ਿੰਮੇਵਾਰੀ ਤੁਹਾਨੂੰ ਨਹੀਂ ਦੇ ਸਕਦਾ, नहीं दे सकते हैं, ਨਹੀਂ ਦੇ ਸਕਦਾ। इंक्लूडिंग मी। ਭਲਾ ਮੈਂ ਹੀ ਕਿਉਂ ਨਾ। मेरे अंदर परिवर्तन नहीं है तो प्रभु मुझे एक जिम्मेवारी नहीं दे ਜੇ सकते। ਮੇਰੇ ਅੰਦਰੋਂ ਬਦਲਾਵਟ ਨਹੀਂ ਤਾਂ ਪਰਮੇਸ਼ਰ ਮੈਨੂੰ ਜ਼ਿੰਮੇਵਾਰੀਆਂ नहीं ਦੇ ਸਕਦਾ। प्रभु आपको कोई जिम्मेवारी देना चाहते हैं, आपका मैच्योरिटी और आपकी अच्छी हृदय, परिवर्तित हृदय, आपको जीवन प्रभु देखते हैं। ਪਰਮੇਸ਼ਰ ਤੁਹਾਨੂੰ ਜ਼ਿੰਮੇਵਾਰੀਆਂ ਦੇਣਾ ਚਾਹੁੰਦੇ ਆ, ਪਰ ਉਦੋਂ ਪਹਿਲੇ ਪਰਮੇਸ਼ਰ ਤੁਹਾਡਾ ਦਿਲ, ਤੁਹਾਡੇ ਇੱਕ ਚੰਗੇ ਦਿਲ ਨੂੰ ਵੇਖਦਾ ਹੈ। मैं चर्च की प्रदीप कोई भी जिम्मेवारी एक साधारण व्यक्ति को नहीं दे सकते हैं। ਤੇ ਚਰਚ ਦੀ ਜਿਹੜੀ ਜ਼ਿੰਮੇਵਾਰੀਆਂ ਇੱਕ ਆਮ ਜਿਹੇ ਬੰਦੇ ਨੂੰ ਨਹੀਂ ਦਿੱਤੀਆਂ चर्च ਜਾਂਦੀਆਂ। की प्रदीप कोई भी जिम्मेवारी, ਤਾਂ ਚਰਚ ਦੀਆਂ ਕੋਈ ਵੀ ਜ਼ਿੰਮੇਵਾਰੀ कोई ਕਿਉਂ ਨਾ भी ਹੋਵੇ, सेवा है, ਕੋਈ ਵੀ ਉਹ ਸੇਵਾ ਕਿਉਂ ਨਾ यदि आप ਹੋਵੇ, परिवर्तित हो, ਜੇ ਤੁਸੀਂ ਬਦਲੇ ਹੋਏ ਹੋ, आप आत्मा की अभिषेक पाए व्यक्ति ਤੁਸੀਂ हो, ਰੂਹ ਦਾ ਮਸਾ ਪਾਏ ਹੋਏ ਹੋ, प्रभु में रहने वाले हो, ਪ੍ਰਭੂ ਦੇ ਵਿੱਚ ਰਹਿਣ ਵਾਲੇ प्रभु ਹੋ, के साथ आपको कनेक्शन है, ਪ੍ਰਭੂ ਦੇ ਨਾਲ ਤੁਸੀਂ ਇੱਕ ਹੋਏ ਹੋ, आपको हम सेवा सौंप ਤਾਂ देंगे। ਫਿਰ ਤੁਹਾਨੂੰ ਉਹ ਜ਼ਿੰਮੇਵਾਰੀ ਦਿੱਤੀ हमें पता ਜਾਊਗੀ। लगेंगे आप उस पर वफादार ਤਾਂ रहेंगे, ਫਿਰ ਸਾਨੂੰ ਇਹ ਪਤਾ ਲੱਗੂਗਾ ਕਿ ਤੁਸੀਂ ਉਹ 'ਚ ਇਮਾਨਦਾਰ आप उस ਰਹੋਗੇ, पर विश्वास योग्य ਤੁਸੀਂ रहेंगे। ਉਹਦੇ 'ਚ ਇਮਾਨਦਾਰ ਰਹੋਗੇ। सेम परमेश्वर भी हमसे यही करेंगे। ਉਸੇ ਤਰ੍ਹਾਂ ਪਰਮੇਸ਼ਰ ਵੀ ਸਾਡੇ ਨਾਲ ਉਦਾਂ ਹੀ जैसे ਕਰੂਗਾ। हम प्रभु के साथ तो क्लोज हो जाएंगे, ਜਿੰਨਾ ਆਪਾਂ ਪਰਮੇਸ਼ਰ ਦੇ ਨੇੜੇ ਹੋ जैसे ਜਾਵਾਂਗੇ, हमारे व्यक्ति बदल जाएंगे, ਜਿਵੇਂ ਸਾਡਾ ਇਨਸਾਨ ਤਬਦੀਲ ਹੋ जैसे ਜਾਊਗਾ, हम सामत पाएंगे, ਜਿਵੇਂ ਅਸੀਂ ਸ਼ਕਤੀ ਨੂੰ जैसे ਪਾਵਾਂਗੇ, हम अभिषेक पाएंगे, ਜਿਵੇਂ ਅਸੀਂ ਉਸ ਮਸਾ ਨੂੰ ਪਾਵਾਂਗੇ, जैसे हम प्रभु में बढ़ेंगे, ਜਿਵੇਂ ਆਪਾਂ ਪ੍ਰਭੂ 'ਚ ਵਧਾਂਗੇ, प्रभु हमें परिवर्तित करके प्रभु हमें अभिषेक देंगे। ਪ੍ਰਭੂ ਸਾਨੂੰ ਤਬਦੀਲ ਕਰਕੇ ਆਪਣੇ ਮਸਾ ਦੇਊਗਾ। प्रभु हमें अभिषेक देकर परमेश्वर हमें एक विशेष व्यक्ति बनाएंगे। ਤਾਂ ਪ੍ਰਭੂ ਸਾਨੂੰ ਉਸ ਮਸਾ ਦੇ ਕੇ ਇੱਕ ਬੜਾ ਹੀ ਪ੍ਰਭਾਵਸ਼ਾਲੀ ਵਿਅਕਤੀ ਬਣਾਊਗਾ। पगले शाऊल कौन था? ਪਹਿਲੇ ਸ਼ਾਊਲ ਕੌਣ ਸੀ? बेंजामिन गोत्र का एक गधे वाले की छोटा एक बेटा। ਬਿਨਿਆਮੀਨ ਕਬੀਲੇ ਦਾ ਇੱਕ ਖੱਚਰ ਰੱਖਣ ਵਾਲੇ ਦਾ ਨਿੱਕਾ ਜਿਹਾ ਮੁੰਡਾ। बेंजामिन छोटा गोत्र का है, ਜਿਹੜਾ ਬਿਨਿਆਮੀਨ ਕਬੀਲਾ ਨਿੱਕਾ ਜਿਹਾ छोटा ਕਬੀਲਾ, गोत्र का छोटा कीश का छोटा बेटा है। ਤਾਂ ਇੱਕ ਛੋਟੇ ਜਿਹੇ ਕਬੀਲੇ ਦਾ ਛੋਟੇ ਜਿਹੇ ਕੀਸ਼ ਦਾ ਨਿੱਕਾ ਜਿਹਾ ਮੁੰਡਾ। इसके मन में क्या विचार था? ਹੁਣ ਇਹਦੇ ਖਿਆਲਾਂ ਦੇ ਵਿੱਚ ਕੀ ਸੀ? मेरी गोत्र छोटा है, ਮੇਰਾ ਕਬੀਲਾ ਨਿੱਕਾ ਜਿਹਾ, मेरी जात छोटा है, ਮੇਰੀ ਛੋਟੀ ਜਾਤ ਹੈ, मेरे गोत्र छोटा है, ਮੇਰਾ ਕਬੀਲਾ ਛੋਟਾ ਹੈ, मेरे बाप भी छोटे हैं, ਮੇਰਾ इतने ਪਿਓ पढ़े लिखे तो है ही नहीं, ਇੰਨੇ ਪੜ੍ਹੇ ਲਿਖੇ ਨਹੀਂ, मैं भी छोटा हूँ। ਮੈਂ ਵੀ ਨਿੱਕਾ ਜਿਹਾ, लेकिन अच्छी पर्सनालिटी थी उसको, ਪਰ ਇੱਕ ਚੰਗੀ ਸੁੰਦਰਤਾ ਸੀ उसका ਉਹਦੇ हृदय ਤੇ। भी अच्छा था। प्रभु ने तब परमेश्वर ने उसको चुन लिया है। परमेश्वर ने उन्हें चुन जब लिया। परमेश्वर की मसा उस पर आए, प्रभु ਦਾ ਜਦੋਂ ਅਭਿਸ਼ੇਕ ਉਹਦੇ ਤੇ ਆਇਆ, जब तेल की कुप्पी से जो तेल उसके सिर पर उंडेला है, ਤੇ ਜਦੋਂ ਕੁੱਪੀ ਦੇ ਵਿੱਚੋਂ ਜਿਹੜਾ ਤੇਲ ਉਹਦੇ ਸਿਰ ਦੇ ਉੱਤੇ ਪਾ ਦਿੱਤਾ, हमें उसकी परिवर्तित होकर ऊंचे स्थान पर आ गई। ਤਾਂ ਉਹ ਬਦਲ ਕੇ ਇੱਕ ਉੱਚੇ ਥਾਂ 'ਚ ਚਲਾ। लोगों के लिए प्रभु बने हैं, ਲੋਕਾਂ ਦਾ ਉਹ ਪ੍ਰਭੂ ਬਣ ਗਿਆ, इस्राएल के लिए राजा बने, ਇਸਰਾਇਲ ਦਾ ਉਹ ਪਾਤਸ਼ਾਹ ਬਣਿਆ। परमेश्वर की आत्मा उसकी शक्ति के साथ उस पर आए। ਪਰਮੇਸ਼ਰ ਦਾ ਰੂਪ ਬੜੇ ਪ੍ਰਭਾਵਸ਼ਾਲੀ ਰੂਪ 'ਚ ਉਹਦੇ ਤੇ ਆਇਆ। परमेश्वर नीचे से ऊंचे लेवल पर कर दिया है, ਪ੍ਰਭੂ ਨੇ ਉਹਦੇ ਨੀਵੇਂਪਣ ਤੋਂ ਚੱਕ ਕੇ ਉੱਚੇ ਕੀਤਾ, ऊंची लेवल पर कर दिया है। ਉੱਚੇ ਸਤਰ ਤੇ ਉਹਨੂੰ ਕਰ ਦਿੱਤਾ। अब व्यक्ति बदल गया है, ਹੁਣ ਉਹ ਇਨਸਾਨ ਬਦਲ ਗਿਆ, आंखें बदले, ਉਹਦੀ ਨਿਗਾਹ ਬਦਲ ਗਈ, बोली बदला, ਉਹਦੀਆਂ ਗੱਲਾਂ ਬਦਲ ਗਈਆਂ, जीभ बदला है, ਉਹਦੀ ਜ਼ੁਬਾਨ ਬਦਲ चाल ਗਈ, चलन बदला ਉਹਦਾ है, ਚਾਲ ਚੱਲਨ ਬਦਲ उनकी ਗਿਆ, बोलने की ढंग बदला है, ਉਹਦੇ ਬੋਲਣ ਦਾ ਤਰੀਕਾ ਬਦਲ ਗਿਆ, सोच विचार बदले हैं। ਉਹਦੇ ਖਿਆਲ ਬਦਲ ਗਏ। क्या बताऊं, बाइबल कहते हैं उसका हृदय भी बदल गया है, ਕੀ ਆਖੀਏ, ਬਾਣੀ ਕਹਿੰਦੀ ਹੈ ਕਿ ਉਹਦਾ ਦਿਲ ਵੀ ਬਦਲ ਗਿਆ, उसकी हृदय भी बदल गया है। ਉਹਦਾ ਦਿਲ ਵੀ ਬਦਲ ਗਿਆ। आज कितने लोग बदलना चाहते हैं? आपके ऊपर एक बड़ी अभिषेक आएंगे, ਤੁਹਾਡੇ ਤੇ ਇੱਕ ਵੱਡਾ ਅਭਿਸ਼ੇਕ जिन्होंने हाथ उठाए ਜਿਨ੍ਹਾਂ ਨੇ ਹੱਥ आपके ਚੱਕਿਆ, ऊपर एक अभिषेक उतरेंगे, ਤੁਹਾਡੇ ਉੱਤੇ ਇੱਕ ਵੱਡਾ एक अभिषेक उतरने जा रहे हैं, ਇੱਕ ਮਸਾ ਤੁਹਾਡੇ एक ਤੇ ਆਉਣ ਜਾ अभिषेक ਰਿਹਾ, उतरने जा रहे हैं, ਇੱਕ ਮਸਾ ਤੁਹਾਡੇ एक ਤੇ ਆਉਣ ਜਾ अभिषेक ਰਿਹਾ, उतरने जा रहे ਇੱਕ हैं, ਮਸਾ ਤੁਹਾਡੇ ਤੇ एक ਆਉਣ ਜਾ अभिषेक ਰਿਹਾ, उतरने जा रहे ਇੱਕ हैं, ਮਸਾ ਤੁਹਾਡੇ ਤੇ ਆਉਣ एक ਜਾ अभिषेक ਰਿਹਾ, उतरने जा रहे ਇੱਕ हैं, ਮਸਾ ਤੁਹਾਡੇ ਤੇ ਆਉਣ बड़ी ਜਾ एक ਰਿਹਾ, शक्ति आपके ऊपर उतरने जा रहे ਇੱਕ ਬੜੀ हैं। ਸਾਮਰਥ ਤੁਹਾਡੇ ਤੇ ਆਉਣ ਜਾ आप ਰਹੀ ਹੈ, व्यक्ति बदलने जाएंगे। ਤੁਸੀਂ ਮਨੁੱਖ ਬਦਲ आइए ਜਾਓਗੇ। उस अभिषेक की हम प्रभु से हम प्रार्थना ਉਸ करें। ਮਸਾ ਦੇ ਲਈ ਆਪਾਂ ਦੁਆ ਕਰਾਂਗੇ। आइए हम सब अपने स्थान पर खड़े हो जाएंगे, मिलकर हम परमेश्वर को स्तुति, आराधना और धन्यवाद करेंगे।